ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਜੀ। ਤਬ ਛੂਟਨ ਲਗੀ ਤੁਫੰਗੈ, ਗਿਰਪਤੀ ਲਰੇ ਹਮ ਸੰਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਸੰਧਿਆ ਦੇ ਸੁੰਦਰ ਦੀਵਾਨ ਬਖਸ਼ਿਸ਼ ਕੀਤੇ ਨੇ। ਆਪ ਸੰਗਤਾਂ ਨੇ ਗੁਰਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਇਸ ਵੇਲੇ ਗੁਰ ਇਤਿਹਾਸ ਦੀ ਕਥਾ ਦੇ ਨਾਲ ਆਪਾਂ ਜੁੜਨ ਵਾਸਤੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਾਂ। ਪਿੱਛੇ ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕੀਤੇ ਸਨ ਕਿ ਜਦੋਂ ਜੰਗ ਵਿੱਚੋਂ ਜਿੱਤ ਹੋਈ ਮਹਾਰਾਜ ਜੀਆਂ ਦੀ, ਤੇ ਸਤਿਗੁਰਾਂ ਨੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਦੀਵਾਨ ਸਜਾਇਆ। ਇੰਨੇ ਚਿਰ ਨੂੰ ਪੀਰ ਬੁੱਧੂ ਸ਼ਾਹ ਜੀ ਆ ਕੇ ਪਹੁੰਚੇ। ਮਹਾਰਾਜ ਜੀਆਂ ਨੇ ਆਪਣੇ ਕੋਲ ਬਿਠਾਇਆ ਪੀਰ ਬੁੱਧੂ ਸ਼ਾਹ ਜੀ ਨੂੰ। ਮਹਾਰਾਜ ਕਹਿਣ ਲੱਗੇ, ਪੀਰ ਜੀ ਤੁਹਾਡੇ 2 ਪੁੱਤਰ ਚੜ੍ਹਾਈ ਕਰ ਗਏ, ਜੰਗ ਦੇ ਵਿੱਚ ਸ਼ਹੀਦੀਆਂ ਪਾ ਗਏ। ਪੀਰ ਬੁੱਧੂ ਸ਼ਾਹ ਜੀ ਕਹਿਣ ਲੱਗੇ, ਮਹਾਰਾਜ ਇਹ ਚੰਗਾ ਹੋਇਆ ਕਿ ਮੇਰੇ ਪੁੱਤਰਾਂ ਨੇ ਜੰਗ ਮੈਦਾਨ ਵਿੱਚ ਸ਼ਹੀਦੀ ਪਾਈ ਹੈ। ਵੈਸੇ ਵੀ ਤਾਂ ਇਹ ਸਰੀਰ ਨਾਸਵੰਤ ਹੈ, ਘਰੇ ਬੈਠਿਆਂ ਵੀ ਮੌਤ ਆ ਜਾਣੀ, ਪਰ ਜੇ ਆਪ ਜੀ ਦੇ ਕੰਮ ਆ ਗਿਆ ਮੇਰੇ ਪੁੱਤਰ, ਵੱਡੇ ਭਾਗ ਉਹਨਾਂ ਦੇ। ਸੋ ਐਸੇ ਬਚਨ ਪੀਰ ਬੁੱਧੂ ਸ਼ਾਹ ਜੀ ਨੇ ਆਖੇ। ਹੁਣ ਇਹ ਪੀਰ ਬੁੱਧੂ ਸ਼ਾਹ ਜੀ ਦੱਸਦੇ ਪਏ ਵੀ ਮਹਾਰਾਜ ਜਦੋਂ ਪਠਾਨ ਭੱਜੇ ਸਨ, ਮੈਂ 700 ਚੇਲਾ ਲੈ ਕੇ ਤੁਹਾਨੂੰ ਮਿਲਣ ਆਇਆ। ਮੈਂ ਆ ਕੇ ਕੀ ਵੇਖਿਆ ਵੀ ਭੰਗਾਣੀ ਦਾ ਜੰਗ ਸ਼ੁਰੂ ਹੋ ਚੁੱਕਿਆ ਸੀ। ਇੱਕ ਨੁੱਕਰ ਮੈਂ ਮੰਨ ਲਈ ਹੈ, ਇੱਕ ਪਾਸਾ ਜੰਗ ਦਾ ਮੈਂ ਮੰਨ ਲਿਆ ਲੜਨ ਵਾਸਤੇ। ਅੱਗੇ ਕਿਹੜੇ ਕਿਹੜੇ ਬਚਨ ਇਹ ਪੀਰ ਜੀ ਦੱਸਦੇ, ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਛੂਟਨ ਲਗੀ ਤੁਫੰਗੈ। ਇਹ ਪੀਰ ਜੀ ਦੱਸਦੇ ਪਏ ਕਿ ਫਿਰ ਜੰਗ ਮੈਦਾਨ ਦੇ ਵਿੱਚ ਬਹੁਤ ਜ਼ਿਆਦੀਆਂ ਬੰਦੂਕਾਂ 'ਚੋਂ ਗੋਲੀਆਂ ਚੱਲੀਆਂ ਹਨ। ਗਿਰਪਤੀ ਲਰੇ ਹਮ ਸੰਗੈ। ਤੇ ਇਹ ਜਿਹੜੇ ਪਹਾੜੀ ਰਾਜੇ ਸਨ ਉਹ ਫਿਰ ਸਾਡੇ ਨਾਲ, ਤੇ ਅਸੀਂ ਫਿਰ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਲੜੇ ਹਾਂ। ਬਹੁ ਮਾਰੇ ਤਹਾਂ ਪਹਾਰੀ। ਸਤਿਗੁਰੂ ਪਾਤਸ਼ਾਹ ਜੀ, ਜਿਹੜਾ ਜੰਗ ਦਾ ਹਿੱਸਾ ਅਸੀਂ ਮੱਲਿਆ ਸੀ ਨਾ, ਅਸੀਂ ਪਿੱਛੇ ਨਹੀਂ ਹਟੇ। ਉਸ ਜੰਗ ਮੈਦਾਨ ਦੇ ਵਿੱਚ ਬਹੁਤੇ ਪਹਾੜੀਏ ਮਾਰ ਮਟਾਏ ਹਨ। ਥਿਰ ਹਵੈ ਕਰ ਧੀਰਜ ਤਾਰੀ। ਤੇ ਸਤਿਗੁਰੂ ਫਿਰ ਇੱਥੇ ਅਸੀਂ ਧੀਰਜ ਦੇ ਸਮੇਤ ਖਲੋਤੇ ਰਹੇ, ਤੇ ਫਿਰ ਬੜਾ ਭਿਅੰਕਰ ਜੰਗ ਕੀਤਾ ਹੈ। ਨੈ ਪਾਉ ਪਿਛਾਉ ਘਾਲਾ। ਸਤਿਗੁਰੂ ਅਸੀਂ ਜੰਗ ਮੈਦਾਨ ਦੇ ਵਿੱਚ ਪੈਰ ਨਹੀਂ ਪਿੱਛੇ ਪਾਇਆ। ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ, ਪਰ ਆਪ ਪਿੱਛੇ ਨਹੀਂ ਹਟੇ ਹਾਂ। ਰਣ ਡਾਰ ਵਿਸਾਲ ਕਰਾਲਾ। ਤੇ ਸਤਿਗੁਰੂ ਪਾਤਸ਼ਾਹ ਜੀ, ਇਹ ਰਣ ਜਿਹੜਾ ਜੰਗ ਸੀ ਨਾ, ਬੜਾ ਭਿਆਨਕ ਹੋ ਗਿਆ। ਫਿਰ ਐਸਾ ਜੰਗ ਅਸੀਂ ਲੜਿਆ ਹੈ। ਸੁਤ ਦੋਇ ਮਰੀਦ ਸਮੇਤਾ। ਮਹਾਰਾਜ ਜੀਓ, ਮੇਰੇ 2 ਪੁੱਤਰ ਅਤੇ ਕੁਝ ਮੇਰੇ ਜਿਹੜੇ ਚੇਲੇ ਹਨ, ਲੜ ਪਹੁੰਚੇ ਪਿਸਤ ਨਿਕੇਤਾ। ਉਹਨਾਂ ਨੇ ਸ਼ਹੀਦੀ ਪਾਈ ਹੈ। ਗੁਰਮੁਖੋ 700 ਮਰੀਦ ਲੈ ਕੇ ਆਇਆ। ਮਰੀਦ ਚੇਲੇ ਨੂੰ ਹੀ ਆਖਿਆ ਜਾਂਦਾ। 700 ਆਪਣੇ ਸੇਵਕ ਲੈ ਕੇ ਆਇਆ ਪੀਰ ਬੁੱਧੂ ਸ਼ਾਹ ਮਹਾਰਾਜ ਦੀ ਮਦਦ ਕਰਨ ਵਾਸਤੇ, ਤੇ 4 ਆਪਣੇ ਪੁੱਤਰ ਲਿਆਇਆ। ਇਹ ਪਾਉਂਟਾ ਸਾਹਿਬ ਦੀ ਜੰਗ ਵਿੱਚ 2 ਪੁੱਤਰ ਇਹਦੇ ਸ਼ਹੀਦੀਆਂ ਪਾ ਗਏ, ਤੇ ਕੁਝ ਇਹਦੇ ਚੇਲੇ ਜਿਹੜੇ ਸਨ ਉਹ ਵੀ ਜੰਗ ਵਿੱਚ ਸ਼ਹੀਦ ਹੋ ਗਏ। ਇਹ ਇੱਥੇ ਦੱਸਦਾ ਪਿਆ ਵੀ ਮਹਾਰਾਜ ਮੇਰੇ 2 ਪੁੱਤਰ ਤੇ ਕੁਝ ਚੇਲੇ ਸ਼ਹੀਦ ਹੋਏ ਹਨ। ਤੁਮ ਦਿਸ਼ਾ ਪਠਾਨ ਅਰੇ ਹੈ। ਤੇ ਮਹਾਰਾਜ ਕੱਲੀ ਸ਼ਹੀਦੀ ਨਹੀਂ ਪਾਈ, ਉਹ ਤੇ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੇ।
ਸਤਿਗੁਰੂ ਪਾਤਸ਼ਾਹ ਜੀ ਤੁਹਾਡੇ ਵਾਲੇ ਪਾਸਿਓਂ ਜਿਹੜੇ ਪਠਾਨ ਹਨ ਸਭ ਹੋਏ ਹਰਾਮ ਮਰੇ ਹੈ। ਉਹ ਸਾਰੇ ਹਰਾਮੀ ਹੋ ਕੇ ਮਰੇ, ਲੂਣ ਹਰਾਮ ਕੀਤਾ ਨਾ। ਗੁਰੂ ਕੀ ਸੰਗਤ 500 ਪਠਾਨ ਭਰਤੀ ਹੋਇਆ ਮਹਾਰਾਜ ਦੀ ਫੌਜ ਵਿੱਚ, ਪਰ ਜੰਗ ਦੇ ਸਮੇਂ ਸਾਰੇ ਹੀ ਭੱਜ ਗਏ ਛੱਡ ਕੇ, ਤੇ ਸਗੋਂ ਦੁਸ਼ਮਣਾਂ ਨਾਲ ਜਾ ਕੇ ਮਿਲ ਗਏ ਔਰ ਗੁਰੂ ਗੋਬਿੰਦ ਸਿੰਘ ਦੇ ਉਲਟ ਲੜਨ ਆ ਗਏ। ਪੀਰ ਜੀ ਦੱਸਦੇ ਪਏ ਨਾਲੇ ਮਰੇ ਨਾਲੇ ਹਰਾਮੀ ਬਣੇ, ਨਮਕ ਹਰਾਮ ਕਰਕੇ ਜੰਗ ਵਿੱਚ ਮਰ ਗਏ ਹਨ। ਤਜ ਸੁਆਮੀ ਬੇਮੁਖ ਜੈਸੇ, ਮਹਾਰਾਜ ਜਿਸ ਤਰ੍ਹਾਂ ਕੋਈ ਆਪਣੇ ਸੁਆਮੀ ਨੂੰ ਛੱਡ ਕੇ ਕੋਈ ਬੇਮੁਖ ਹੋ ਜਾਂਦਾ ਹੈ, ਫਲ ਪਾਏ ਲੀਨ ਤਿਨ ਤੈਸੇ। ਤੇ ਫਿਰ ਮਹਾਰਾਜ ਫਲ ਵੀ ਤੇ ਉਦਾਂ ਦਾ ਹੀ ਮਿਲਦਾ ਨਾ। ਜੇ ਕੋਈ ਆਪਣੇ ਸੁਆਮੀ ਨੂੰ ਛੱਡ ਦੇਵੇ, ਮਾਲਕ ਨੂੰ ਛੱਡ ਦੇਵੇ, ਤੇ ਫਿਰ ਫਲ ਉਹੋ ਜਿਹੇ ਮਿਲਦੇ ਹਨ। ਸੁਨ ਧੀਰ ਪੀਰ ਕੀ ਕਾਨ, ਮਹਾਰਾਜ ਸਾਹਿਬ ਜੀ ਨਾ ਸੁਣਦੇ ਪਏ ਬਚਨ, ਤੇ ਜਦੋਂ ਐਸੇ ਧੀਰਜ ਵਾਲੇ ਬਚਨ ਸੁਣੇ ਨਾ ਮਹਾਰਾਜ ਨੇ ਕੰਨਾਂ ਵਿੱਚ, ਵੀ ਪੀਰ ਦੇ ਗੁਰਮੁਖੋ 2 ਪੁੱਤਰ ਦੇ ਪੈਰ ਵਿੱਚ ਤੇ ਕੰਡਾ ਚੁੱਭ ਜਾਵੇ ਤੇ ਦੁਨੀਆ ਸਾਰੇ ਕੰਮ ਛੱਡ ਕੇ ਉਧਰ ਧਿਆਨ ਦਿੰਦੀ ਹੈ, ਤੇ ਜੇ ਪੁੱਤਰ ਨੂੰ ਕੋਈ ਨਿੱਕੀ ਮੋਟੀ ਬਿਮਾਰੀ ਦੁੱਖ ਆ ਜਾਵੇ ਤੇ ਮਾਂ-ਬਾਪ ਰੋਟੀ ਪਾਣੀ ਛੱਡ ਕੇ ਬੈਠ ਜਾਂਦਾ। ਪਰ ਪੀਰ ਨੇ ਵੇਖੋ ਐਡੀ ਕੁਰਬਾਨੀ ਕਰਨ ਤੋਂ ਮਗਰੋਂ ਵੀ ਆਖਦਾ, ਮਹਾਰਾਜ ਤੁਹਾਡੇ ਕੰਮ ਆ ਗਏ, ਮੇਰੇ ਪੁੱਤਰ ਸਫਲੇ ਹੋ ਗਏ। ਐਸੇ ਬਚਨ ਜਦੋਂ ਪੀਰ ਦੇ ਸੁਣੇ ਹਨ, ਸ੍ਰੀ ਮੁਖ ਤੇ ਤਬੈ ਬਖਾਨਾ, ਸਤਿਗੁਰੂ ਪਾਤਸ਼ਾਹ ਜੀ ਉਸ ਵੇਲੇ ਆਪਣੇ ਮੁਖ ਤੋਂ ਕਹਿਣ ਲੱਗੇ, ਤੋਏ ਸਾਧ ਸਾਧ ਬੜ ਸਾਧੂ। ਮਹਾਰਾਜ ਕਹਿਣ ਲੱਗੇ, ਸ਼ਾਬਾਸ਼ ਸ਼ਾਬਾਸ਼, ਤੂੰ ਵੱਡਾ ਸਾਧੂ ਹੈ, ਤੂੰ ਹੀ ਵੱਡਾ ਪੀਰ ਹੈ, ਜਿਹਨੇ ਬਚਨ ਕਮਾਏ ਨੇ, ਜਿਹਨੂੰ ਇਹ ਸਮਝ ਪੈ ਗਈ ਹੈ। ਪੀਰ ਬੁੱਧੂ ਸ਼ਾਹ ਜੀ ਤੁਸੀਂ ਵੱਡੇ ਸਾਧੂ ਹੋ, ਵੱਡੇ ਪੀਰ ਹੋ, ਜਿਨ੍ਹਾਂ ਨੇ ਐਸੇ ਬਚਨ ਕਮਾਏ ਹਨ। ਪਦ ਉੱਤਮ ਹੈ ਥਿਤ ਲਾਦੂ, ਤੇ ਤੁਹਾਨੂੰ ਹੁਣ ਉੱਤਮ ਪਦਵੀ ਜਿਹੜੀ ਹੈ ਨਾ ਉਹਦੇ ਵਿੱਚ ਟਿਕਾ ਪ੍ਰਾਪਤ ਹੋਵੇਗਾ। ਜਾਂ ਤੁਸੀਂ ਉੱਤਮ ਪਦਵੀ ਵਿੱਚ ਟਿਕਾ ਪਾ ਲਿਆ, ਤੁਸੀਂ ਉਸ ਪਦਵੀ ਤੇ ਪਹੁੰਚ ਗਏ ਹੋ। ਚੌਥਾ ਸੁਣਨਾ ਜੋ ਨਰ ਜਾਣੈ ਤਾਕੋ ਪਾਪ ਨਾ ਪੁੰਨੰ, ਤੁਸੀਂ ਅਫੁਰ ਸਮਾਧੀ ਵਿੱਚ ਪਹੁੰਚ ਗਏ ਹੋ, ਖੁਦਾ ਦੇ ਵਿੱਚ ਲੀਨ ਹੋ ਗਏ ਹੋ। ਜੋਤੀ ਜੋਤ ਰਲੀ ਸੰਪੂਰਨ ਥੀਆ, ਰਾਮ ਦੀ ਅਵਸਥਾ ਨੂੰ ਮਿਲੇ ਹੋ। ਇਤਿਆਦਿਕ ਅਦਕ ਵਡਾਈ, ਇਤਿਆਦਿਕ ਮਹਾਰਾਜ ਜੀਆਂ ਨੇ ਕਈ ਬਚਨ ਕਰਕੇ ਪੀਰ ਦੀ ਉਸ ਵੇਲੇ ਵਡਿਆਈ ਕੀਤੀ ਹੈ। ਸ੍ਰੀ ਮੁਖ ਤੇ ਭਾਗ ਸੁਨਾਈ, ਸਤਿਗੁਰੂ ਆਪਣੇ ਮੁਖ ਤੋਂ ਫਿਰ ਐਸੇ ਬਚਨ ਕਰਦੇ, ਸਨਮਾਨ ਸਹਿਤ ਬੈਠਾਇਓ। ਸਤਿਗੁਰਾਂ ਨੇ ਬੜੇ ਸਨਮਾਨ ਦੇ ਨਾਲ ਇਸ ਪੀਰ ਨੂੰ ਆਪਣੇ ਕੋਲ ਬਿਠਾਇਆ ਹੈ। ਅਨੁਕੰਪਾ ਧਰ ਦਿਸ਼ਟਾਇਓ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਸ ਵੇਲੇ ਮਿਹਰ ਦੀ ਨਜ਼ਰ ਦੇ ਨਾਲ ਇਹਦੇ ਵੱਲ ਤੱਕਿਆ, ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਰਾਜ ਤੱਕਦੇ ਪਏ ਹਨ। ਦੋਹਰਾ ਸ੍ਰੀ ਸਤਿਗੁਰ ਤੇ ਸਮੈ ਮੈਂ ਕੰਗਾ ਕਰਤ ਸਕੇਸ਼। ਕਵੀ ਸੰਤੋਖ ਸਿੰਘ ਜੀ ਦੱਸਦੇ ਪਏ, ਗੁਰਮੁਖੋ ਇਤਿਹਾਸਕ ਬਚਨ ਬੜੇ ਦੁਰਲੱਭ ਨੇ ਜਿਹੜੇ ਸਾਨੂੰ ਕਦੇ ਕਦੇ ਪ੍ਰਾਪਤ ਹੁੰਦੇ। ਜਦੋਂ ਪੀਰ ਜੀ ਨਾਲ ਇਹ ਬਚਨ ਕਰਦੇ ਪਏ ਨਾ, ਉਸ ਵੇਲੇ ਮਹਾਰਾਜ ਕੇਸਾਂ ਵਿੱਚ ਕੰਘਾ ਕਰਦੇ ਪਏ ਸਨ, ਬੈਠੇ ਹੋਏ ਚੌਂਕੜਾ ਲਾ ਕੇ ਆਪਣੇ ਪਲੰਘੇ ਤੇ ਗੋਡਿਆਂ ਦੇ ਉੱਪਰ ਮਹਾਰਾਜ ਨੇ ਕੱਪੜਾ ਵਿਛਾਇਆ ਹੋਇਆ, ਤੇ ਕੇਸ ਮਹਾਰਾਜ ਜੀਆਂ ਨੇ ਅੱਗੇ ਨੂੰ ਕਰਕੇ ਤੇ ਲੱਕੜ ਦੇ ਕੰਘੇ ਨਾਲ ਮਹਾਰਾਜ ਕੇਸਾਂ ਨੂੰ ਵਾਹੁੰਦੇ ਪਏ ਸਨ। ਜਿਸ ਵੇਲੇ ਪੀਰ ਦੇ ਨਾਲ ਬਚਨ ਹੁੰਦੇ ਹਨ, ਦਾਸ ਚੁਨੀ ਦਸਤਾਰ ਸ਼ੁਭ ਆਗਾ ਧਰੀ ਵਿਸ਼ੇਸ਼। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਦਾਸ ਚੁਣੀ ਦਸਤਾਰ, ਇੱਕ ਦਾਸ ਨੇ ਨਾ ਚਿਣ ਕੇ ਦਸਤਾਰ ਨੂੰ ਸਿੱਧਾ ਕਰਕੇ ਤੇ ਮਹਾਰਾਜ ਦੇ ਅੱਗੇ ਰੱਖੀ ਹੈ। ਕਿਉਂ? ਕਿਉਂਕਿ ਹੁਣ ਕੰਘਾ ਕਰਨਗੇ, ਫਿਰ ਜੂੜਾ ਕਰਨਗੇ, ਫਿਰ ਸਿਰ ਤੇ ਦਸਤਾਰ ਸਜਾਉਣਗੇ। ਇੱਕ ਗੁਰੂ ਕਾ ਸਿੱਖ ਦਸਤਾਰ ਨੂੰ ਚੰਗੀ ਤਰ੍ਹਾਂ ਸਿੱਧਿਆਂ ਕਰਕੇ ਚਿਣ ਕੇ ਮਹਾਰਾਜ ਦੇ ਕੋਲ ਰੱਖਿਆ ਹੋਇਆ ਹੈ। ਬੁੱਧੂ ਸ਼ਾਹ ਸੁਨੀਜੀਏ ਧਨ ਆਦਿਕ ਵਥ ਜੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਪੀਰ ਬੁੱਧੂ ਸ਼ਾਹ ਜੀ ਸੁਣੋ ਸਾਡਾ ਬਚਨ। ਬਚਨ ਕੀ ਹੈ? ਤੁਹਾਨੂੰ ਕੋਈ ਧਨ ਚਾਹੀਦਾ ਤੇ ਬੋਲੋ ਕਿੰਨਾ ਚਾਹੀਦਾ। ਐਡੀ ਵੱਡੀ ਕੁਰਬਾਨੀ ਕੀਤੀ ਹੈ, ਪੁੱਤਰ ਮਰਵਾਏ ਨੇ ਜੰਗ ਵਿੱਚ, ਚੇਲੇ ਮਰਵਾ ਲੈ। ਜੇ ਕੋਈ ਧਨ ਚਾਹੀਦਾ ਤੇ ਮੰਗੋ ਕਿੰਨਾ ਦਈਏ, ਕੋਈ ਵਰ ਚਾਹੀਦਾ ਤੇ ਉਹ ਮੰਗੋ ਕਿੰਨਾ ਚਾਹੀਦਾ। ਧਨ ਚਾਹੀਦਾ ਤੇ ਤਾਂ ਤੇ ਵਥ ਨਾਮ ਗੁਰਮੁਖੋ ਵਸਤੂ ਦਾ। ਜੇ ਕੋਈ ਵਸਤੂ ਚਾਹੀਦੀ ਹੈ, ਘਰ ਵਿੱਚ ਦੁੱਧ ਚਾਹੀਦਾ, ਘਰ ਵਿੱਚ ਪੁੱਤ ਚਾਹੀਦਾ, ਕੋਈ ਮਹਿਲ ਮਾੜੀਆਂ ਚਾਹੀਦੇ, ਤੇ ਮੰਗੋ ਕੀ ਚਾਹੀਦਾ, ਜੋ ਮੰਗੋਗੇ ਉਹ ਦੇ ਦਿਆਂਗੇ। ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸਾਂ ਵਿੱਚ ਕੰਘਾ ਕਰਦਿਆਂ ਬਚਨ ਕਰਦੇ ਪਏ ਪੀਰ ਜੀ ਦੇ ਨਾਲ, ਪੀਰ ਜੀ ਮੰਗੋ ਕੀ ਚਾਹੀਦਾ ਜੇ।
ਤੁਸੀਂ 2 ਪੁੱਤਰ ਕੁਰਬਾਨ ਕਰਵਾਏ ਨੇ, ਜੋ ਮੰਗੋਗੇ ਉਹ ਮਿਲ ਜਾਏਗਾ। ਚਰੰਕਾਲ ਨ ਰਹਿਤ ਹੈ, ਖਰਚੀ ਜੈ ਹੈ ਸੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਜਿਹੜੀ ਮਾਇਆ ਹੈ ਨਾ, ਇਹ ਬਹੁਤਾ ਸਮਾਂ ਰਹਿਣੀ ਨਹੀਂ ਹੈ, ਤੇ ਇਸ ਕਰਕੇ ਖਰਚੀ ਜਾਂਦੀ ਹੈ। ਮਾਇਆ ਦੇ ਨਾਲ ਖਰਚੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ ਮਾਇਆ ਗੁਜਰਾਨ ਹੈ, ਮਾਇਆ ਬਿਨਾਂ ਗੁਜ਼ਾਰਾ ਵੀ ਨਹੀਂ ਹੈ। ਗੁਜ਼ਾਰੇ ਵਾਸਤੇ ਮਾਇਆ ਚਾਹੀਦੀ ਹੈ। ਰੋਜ਼ ਦੇ ਰੋਜ਼ ਖਰਚੇ ਨੇ, ਪਰਿਵਾਰ ਦੇ ਖਰਚੇ ਨੇ, ਆਪਣੇ ਖਰਚੇ। ਸਤਿਗੁਰੂ ਇੱਥੇ ਕਹਿਣ ਲੱਗੇ, ਕਹਿੰਦੇ ਵੀ ਇਹ ਮਾਇਆ ਜਿਹੜੀ ਹੈ ਨਾ, ਗੁਜ਼ਾਰੇ ਵਾਸਤੇ ਖਰਚੀ ਜਾਂਦੀ ਹੈ। ਬਹੁਤ ਪੁਸ਼ਟ ਕੇ ਕੰਮ ਜੋ ਆਵੇ ਵਸਤ ਉਦਾਰ। ਅਤੇ ਦੂਜੀ ਗੱਲ ਇਹ ਹੈ ਵੀ ਇਹ ਮਾਇਆ ਜਿਹੜੀ ਹੈ ਨਾ, ਕਈ ਪੁਸ਼ਤਾਂ ਤੱਕ ਕੰਮ ਆ ਜਾਂਦੀ ਹੈ। ਪਿਓ ਨੇ ਕਮਾਈ ਹੈ, ਪੁੱਤਰ ਨੇ ਉਹਦੇ ਨਾਲ ਆਪਣੇ ਕੰਮ ਚਲਾਏ ਨੇ, ਫਿਰ ਪੋਤਰੇ ਨੇ ਚਲਾਏ ਨੇ, ਪੜੋਤਰੇ ਨੇ ਚਲਾਏ ਨੇ। ਇਹ ਮਾਇਆ ਜਿਹੜੀ ਹੈ ਨਾ, ਕਈ ਪੁਸ਼ਤਾਂ ਤੱਕ ਖਾਨਦਾਨ ਵਿੱਚ ਮਦਦ ਕਰਦੀ ਹੈ। ਸੋ ਬਖਸ਼ੈ ਅਬ ਤੋਏ ਕਉ ਰੱਖੀਏ ਆਪ ਸੰਭਾਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਉਹ ਤੈਨੂੰ ਅਸੀਂ ਬਖਸ਼ਾਂਗੇ। ਹੁਣ ਮਾਇਆ ਵੀ ਬਖਸ਼ਾਂਗੇ ਔਰ ਪਦਾਰਥ ਵੀ ਦੇਵਾਂਗੇ। ਉਹ ਮਾਇਆ ਤੇ ਪਦਾਰਥ ਤੇਰੀ ਕੁੱਲ ਵਿੱਚ ਰਹਿਣਗੇ, ਕਈ ਪੁਸ਼ਤਾਂ ਤੱਕ ਤੂੰ, ਤੇਰੇ ਅੱਗੇ ਜਿੰਨੇ ਆਉਣ ਵਾਲੇ ਹੋਣਗੇ ਨਾ, ਖਾਣਗੇ ਮਿਲ ਮਿਲ ਕੇ। ਮਾਇਆ ਕਦੇ ਪੀਰ ਜੀ ਮੁੱਕੇਗੀ ਨਹੀਂ। ਐਸਾ ਵਰ, ਐਸੀ ਦਾਤ ਤੁਹਾਨੂੰ ਬਖਸ਼ਿਸ਼ ਕਰਨ ਲੱਗੇ ਹਨ। ਇਮ ਕਹਿ ਗਹਿ ਦਸਤਾਰ ਕੋ ਸ਼ੁਭ ਕੁਕਰਜੇ ਰੰਗ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਇਸ ਤਰ੍ਹਾਂ ਕਹਿ ਕੇ ਨਾ, ਤੇ ਦਸਤਾਰ ਜਿਹੜੀ ਮਹਾਰਾਜ ਦੇ ਕੋਲ ਲਾਲ ਭਾ ਵਾਲਾ ਕਾਲਾ ਰੰਗ, ਜਿਹੜਾ ਕਾਲਾ ਰੰਗ ਹੁੰਦਾ ਨਾ ਗੁਰਮੁਖੋ, ਇਹਦੇ ਵਿੱਚ ਵੀ ਕਈ ਤਰ੍ਹਾਂ ਦਾ ਕਾਲਾ ਰੰਗ ਭਾ ਮਾਰਦਾ। ਜਦੋਂ ਆਪਾਂ ਲਲਾਰੀ ਕੋਲ ਜਾਂਦੇ ਆ ਨਾ, ਆਪਣਾ ਕੋਈ ਕੱਪੜਾ ਲੈ ਕੇ ਰੰਗ ਕਰਾਉਣ ਵਾਸਤੇ, ਉਹ ਪੁੱਛਦਾ ਹੈ ਵੀ ਕਾਲਾ ਰੰਗ ਕਿਸ ਤਰ੍ਹਾਂ ਦਾ ਕਰਨਾ। ਕਾਲੇ ਵਿੱਚ ਵੀ ਕਈ ਰੰਗ ਨੇ, ਪਰ ਜਿਹੜੀ ਮਹਾਰਾਜ ਦੇ ਕੋਲ ਦਸਤਾਰ ਹੈ ਨਾ ਗੁਰਮੁਖੋ, ਹੈ ਕਾਲੇ ਰੰਗ ਦੀ, ਪਰ ਇਹ ਭਾ ਜਿਹੜਾ ਨਾ ਇਸ ਕੱਪੜੇ ਦਾ ਲਾਲ ਰੰਗ ਦੀ ਭਾ ਮਾਰਦਾ। ਐਸੀ ਦਸਤਾਰ ਹੈ। ਕੰਗਾ ਸਹਿਤ ਕੇਸ਼ ਹੀ ਗਹੀ ਕਰਦ ਤਿਨ ਸੰਗ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਪੀਰ ਬੁੱਧੂ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਨਹੀਂ ਚਾਹੀਦੀ ਇਹ ਮਾਇਆ, ਨਹੀਂ ਚਾਹੀਦੀਆਂ ਵਸਤੂਆਂ। ਸਤਿਗੁਰੂ ਜੇ ਤਰੁੱਠੇ ਹੋ ਨਾ, ਕੁਝ ਦੇਣਾ ਹੀ ਚਾਹੁੰਦੇ ਹੋ, ਬਖਸ਼ਿਸ਼ ਕਰਨ ਲੱਗੇ ਹੋ, ਤੇ ਬਖਸ਼ਿਸ਼ ਇਹ ਕਰੋ, ਇਹ ਆਪ ਜੀ ਆਪਣਾ ਕੰਘਾ ਨਾ ਸਮੇਤ ਕੇਸਾਂ ਦੇ ਮੈਨੂੰ ਦੇ ਦਿਓ। ਜੇ ਆਪ ਜੀ ਦੇਣ ਲੱਗੇ ਹੋ, ਮੈਨੂੰ ਦੁਨੀਆ ਦਾ ਪਦਾਰਥ ਨਹੀਂ ਚਾਹੀਦਾ, ਦੁਨੀਆ ਦੀ ਵਸਤੂ ਨਹੀਂ ਚਾਹੀਦੀ ਹੈ, ਦੇਣਾ ਹੈ, ਤੇ ਕਹਿਣ ਲੱਗੇ ਆਪ ਜੀ ਮੈਨੂੰ ਦੇ ਦਿਓ ਇਹ ਕੰਘਾ, ਅਤੇ ਇਸੇ ਤਰ੍ਹਾਂ ਇਹ ਕੰਘੇ ਦੇ ਕੇਸ ਜਿਹੜੇ ਬਚੇ ਹੋਏ, ਇਹ ਮੈਨੂੰ ਆਪ ਜੀ ਬਖਸ਼ਿਸ਼ ਕਰੋ, ਦੇਣਾ ਕਰੋ। ਬਖਸ਼ੀ ਬੁੱਧੂ ਸ਼ਾਹ ਕੋ ਲੈ ਨਿਜ ਸੀਸ ਚੜਾਏ। ਸਤਿਗੁਰਾਂ ਨੇ ਸੁਣ ਕੇ ਬਚਨ ਆਪਣਾ ਕੰਘਾ ਕੇਸਾਂ ਸਮੇਤ ਹੀ ਦੇ ਦਿੱਤਾ। ਤੇ ਜਿਹੜੀ ਦਸਤਾਰ ਮਹਾਰਾਜ ਸਿਰ ਤੇ ਬੰਨ੍ਹਦੇ ਪਏ, ਉਹ ਦਸਤਾਰ ਵੀ ਉਤਾਰ ਕੇ ਤੇ ਕਹਿਣ ਲੱਗੇ, ਲਓ ਬੁੱਧੂ ਸ਼ਾਹ ਜੀ, ਜੇ ਤੁਸੀਂ ਇਹ ਮੰਗਦੇ ਹੋ ਨਾ ਵੀ ਗੁਰੂ ਕੀ ਮੋਹਰ ਕੇਸ ਨੇ, ਤੇ ਇਹ ਤੇ ਕੇਸ ਹੀ ਗੁਰੂ ਦੇ ਨੇ, ਔਰ 5 ਕਕਾਰਾਂ ਵਿੱਚੋਂ ਕਕਾਰ ਕੰਘਾ ਔਰ ਸਮੇਤ ਕੇਸਾਂ ਦੇ, ਔਰ ਨਾਲ ਦਸਤਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਪੀਰ ਬੁੱਧੂ ਸ਼ਾਹ ਜੀ ਨੂੰ। ਤੇ ਪੀਰ ਬੁੱਧੂ ਸ਼ਾਹ ਨੇ ਉਹ ਦਸਤਾਰ ਲੈ ਕੇ ਮਹਾਰਾਜ ਦੀ ਆਪਣੇ ਸਿਰ ਤੇ ਰੱਖ ਲਈ ਹੈ। ਬਾਰ ਬਾਰ ਬੰਧਨ ਕਰੈ, ਬਾਰ ਬਾਰ ਬੰਧਨ ਕਰੈ, ਹਿਰਦੈ ਰਿਓ ਹਰਿ ਖਾਏ। ਤੇ ਪੀਰ ਬੁੱਧੂ ਸ਼ਾਹ ਬੜਾ ਹੀ ਖੁਸ਼ ਹੋਇਆ। ਗੁਰਮੁਖੋ ਪੁੱਤਰ ਕੁਰਬਾਨ ਕਰਕੇ, ਚੇਲੇ ਕੁਰਬਾਨ ਕਰਕੇ ਦੁਨੀਆ ਦੇ ਪਦਾਰਥ ਨੂੰ ਅਹਿਮੀਅਤ ਨਹੀਂ ਦਿੱਤੀ ਹੈ। ਜਦੋਂ ਮਹਾਰਾਜ ਨੇ ਦਸਤਾਰ ਬਖਸ਼ੀ ਤੇ ਕੰਘਾ ਬਖਸ਼ਿਆ ਨਾ, ਤੇ ਆਪਣੇ ਸਿਰ ਤੇ ਰੱਖ ਕੇ ਤੇ ਬੜਾ ਹੀ ਖੁਸ਼ ਹੋਇਆ। ਕਹਿਣ ਲੱਗਾ ਅੱਜ ਮੈਨੂੰ ਦੁਨੀਆ ਦਾ ਖਜ਼ਾਨਾ ਹੀ ਮਿਲ ਗਿਆ, ਅੱਜ ਮੈਂ ਸਫਲਾ ਹੋ ਗਿਆ। ਇੰਨਾ ਖੁਸ਼ ਹੋਇਆ ਵੀ ਖੁਸ਼ੀ ਵਿੱਚ ਵਾਰ-ਵਾਰ ਮੱਥਾ ਹੀ ਟੇਕੀ ਜਾ ਰਿਹਾ, ਵਾਰ-ਵਾਰ ਸਜਦਾ ਕਰੀ ਜਾ ਰਿਹਾ, ਵਾਰ-ਵਾਰ ਨਮਸਕਾਰਾਂ ਕਰੀ ਜਾ ਰਿਹਾ, ਵਾਰ-ਵਾਰ ਧੰਨਵਾਦ ਕਰੀ ਜਾ ਰਿਹਾ ਹੈ। ਸ਼ੁਕਰ ਹੈ ਸਤਿਗੁਰੂ ਆਪ ਜੀਆਂ ਨੇ ਮੈਨੂੰ ਇਹ ਦਾਤਾਂ ਬਖਸ਼ੀਆਂ। ਇਸ ਤਰ੍ਹਾਂ ਨਮਸਕਾਰਾਂ ਕਰਦਾ ਹੈ। ਰੱਖੋ ਭਲੇ ਸੰਭਾਰ ਕਰ, ਵਧੈ ਖਾਲਸੇ ਰਾਜ। ਸਤਿਗੁਰੂ ਪਾਤਸ਼ਾਹ ਨੇ ਫਿਰ ਹੋਰ ਬਚਨ ਕੀਤਾ, ਕਹਿਣ ਲੱਗੇ ਪੀਰ ਬੁੱਧੂ ਸ਼ਾਹ ਇਹਨੂੰ ਸੰਭਾਲ ਕੇ ਰੱਖੀਏ, ਜੋ ਦਾਤ ਤੈਨੂੰ ਦਿੱਤੀ ਹੈ ਨਾ, ਅਸੀਂ ਆਪਣਾ ਕੰਘਾ ਤੇ ਕੇਸ ਤੇ ਦਸਤਾਰ, ਇਹਨੂੰ ਸੰਭਾਲ ਕੇ ਰੱਖੀ। ਆਉਣ ਵਾਲੇ ਸਮੇਂ ਦੇ ਵਿੱਚ ਖਾਲਸੇ ਦਾ ਰਾਜ ਹੋਵੇਗਾ। ਇਹ ਭਵਿੱਖਤ ਬਚਨ ਆਖੇ।
ਖਾਲਸੇ ਦਾ ਰਾਜ ਭਾਗ ਵਧੇਗਾ ਜਦੋਂ ਸਮਾਂ ਆਏਗਾ। ਤਬ ਤੂ ਸੰਤਤ ਕੇ ਅਦਕ ਆਵੈ ਨਿਤ ਪ੍ਰਤ ਕਾਜ। ਇਹ ਸਾਡੀ ਦਾਤ ਤੇਰੀ ਸੰਤਾਨ ਦੇ ਕੰਮ ਆਵੇਗੀ। ਪਾਤਸ਼ਾਹ ਨੇ ਆਖਿਆ ਸੀ ਨਾ ਵੀ ਤੈਨੂੰ ਇਹੋ ਜੀ ਦਾਤ ਦੇਵਾਂਗੇ ਤੇਰੀ ਪੁਸ਼ਤਾਂ ਤੱਕ ਤੈਨੂੰ ਕੰਮ ਆਵੇਗਾ। ਤੇ ਉਹ ਦਾਤ ਕੀ ਦਿੱਤੀ? ਮਹਾਰਾਜ ਨੇ ਕੰਘਾ ਦਿੱਤਾ ਕੇਸਾਂ ਦੇ ਸਮੇਤ, ਨਾਲ ਹੀ ਆਪਣੀ ਦਸਤਾਰ ਬਖਸ਼ੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨੂੰ ਆਪਣੇ ਕੋਲ ਰੱਖਿਆ ਕਰ। ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇਰੀ ਜਿਹੜੀ ਸੰਤਾਨ ਹੋਵੇਗੀ ਨਾ, ਉਹ ਇਹਦੇ ਤੋਂ ਮਾਣ ਪਾਏਗੀ। ਸਾਡਾ ਖਾਲਸਾ ਦਰਸ਼ਨ ਕਰਨ ਜਾਇਆ ਕਰੇਗਾ, ਦਰਸ਼ਨ ਕਰਨ ਜਾਣਗੇ ਗੁਰੂ ਕੇ ਸਿੱਖ ਤੇ ਮਾਇਆ ਚੜਾਇਆ ਕਰਨਗੇ। ਤੇਰੇ ਪਰਿਵਾਰ ਦਾ, ਤੇਰੇ ਖਾਨਦਾਨ ਦਾ, ਤੇਰੀ ਪੀੜ੍ਹੀ ਦਾ ਇਹਦੇ ਤੋਂ ਗੁਜ਼ਾਰਾ ਹੋਵੇਗਾ। ਇੱਕ ਵਾਰੀ ਆਖੀਏ ਸਤਨਾਮ। ਸਤਿਗੁਰੂ ਬਚਨ ਕਰਦੇ ਪਏ ਸਨ ਵੀ ਐਸੋ ਜੀ ਦਾਤ ਦੇਵਾਂਗੇ ਜੋ ਕੁਛ ਪੁਸ਼ਤਾਂ ਤੱਕ, ਪੀੜ੍ਹੀਆਂ ਤੱਕ ਤੇਰਾ ਰੁਜ਼ਗਾਰ ਦਾ ਪ੍ਰਬੰਧ ਕਰ ਦਿਆਂਗੇ। ਕਹਿਣ ਲੱਗੇ ਭਲੇ ਸੰਭਾਲ ਕੇ ਰੱਖਣਾ, ਆਉਣ ਵਾਲੇ ਸਮੇਂ ਵਿੱਚ ਤੇਰੀ ਸੰਤਾਨ ਦੇ ਇਹ ਚੀਜ਼ਾਂ ਕੰਮ ਆਉਣਗੀਆਂ। ਇਮ ਕੈ ਦਰਬ ਅਨਾਏ ਕਰ ਦੀਨਸ 5000। ਇਸ ਤਰ੍ਹਾਂ ਕਹਿ ਕੇ ਮਹਾਰਾਜ ਕਹਿਣ ਲੱਗੇ ਭਾਈ 5000 ਰੁਪਈਆ ਜਿਹੜਾ ਨਾ ਸਾਡੇ ਵੱਲੋਂ ਉਹ ਵੀ ਪੀਰ ਜੀਆਂ ਨੂੰ ਭੇਟਾ ਕਰੋ, ਨਮਸਕਾਰ ਦੇ ਤੌਰ ਤੇ, ਤੋਹਫੇ ਦੇ ਤੌਰ ਤੇ 5000 ਰੁਪਈਆ ਮੰਗਵਾ ਕੇ ਦਿਓ ਮਰੀਦਨ ਸਭਨ ਕੋ ਜਿਨੋ ਕਰੀ ਰਣਕਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਤੁਸੀਂ ਮਾਇਆ ਨਹੀਂ ਲੈਣੀ, ਇਹ ਸਾਨੂੰ ਪਤਾ, ਪਰ ਜਿਹੜੇ ਨਾਲ ਚੇਲੇ ਆਏ ਨੇ ਤੁਹਾਡੇ ਲੜੇ ਨੇ ਵਿਚਾਰੇ, ਆਪਣੀ ਜੰਗ ਨੂੰ ਪਾ ਕੇ ਜੋਖਮ ਦੇ ਵਿੱਚ, ਦੁੱਖ ਵਿੱਚ ਪਾ ਕੇ ਲੜੇ, ਇਹ ਘਰੇ ਹੁਣ ਖਾਲੀ ਥੋੜ੍ਹੀ ਜਾਣਗੇ। 5000 ਰੁਪਈਆ ਮਹਾਰਾਜ ਨੇ ਆਖਿਆ ਵੀ ਲਿਆ ਕੇ ਦਿਓ। ਸਤਿਗੁਰਾਂ ਨੇ ਪੀਰ ਜੀ ਦੇ ਹਵਾਲੇ ਕੀਤਾ, ਕਹਿਣ ਲੱਗੇ ਆਪਣੇ ਸਾਰੇ ਚੇਲਿਆਂ ਨੂੰ ਇਹ ਜਿਹੜੀ ਮਾਇਆ ਦੇ ਦੇਣਾ ਕਰੋ। ਸਿਰ ਪਾਓ ਸਮੁਦਾਏ ਦੇ ਕਰ ਸੰਤੁਸ਼ਟ ਵਿਸ਼ਾਲ। ਸਤਿਗੁਰਾਂ ਨੇ ਸਾਰਿਆਂ ਨੂੰ ਫਿਰ ਸਿਰੋਂ ਪਾਓ ਗੁਰੂ ਘਰ ਦੇ ਵੱਲੋਂ ਬਖਸ਼ਿਸ਼ ਦੇ ਤੌਰ ਤੇ ਪ੍ਰਾਪਤ ਹੋਏ। ਤੇ ਮਹਾਰਾਜ ਜੀਆਂ ਨੇ ਸਾਰਿਆਂ ਨੂੰ ਫਿਰ ਸੰਤੁਸ਼ਟ ਕੀਤਾ, ਸਾਰਿਆਂ ਨੂੰ ਤ੍ਰਿਪਤ ਕੀਤਾ ਦੇ ਕੇ ਦਾਤ। ਰੁਖਸਤ ਕੀਨੋ ਮਾਨ ਜਤ ਅਧਖਰ ਕੇ ਨਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਰਿਆਂ ਨੂੰ ਫਿਰ ਰੁਖਸਤ ਕੀਤਾ, ਵਿਦਾਇਗੀ ਦਿੱਤੀ ਹੈ। ਪਰ ਵਿਦਾਇਗੀ ਮਹਾਰਾਜ ਜੀਆਂ ਨੇ ਬੜੇ ਮਾਣ ਸਨਮਾਨ ਦੇ ਨਾਲ ਦਿੱਤੀ ਹੈ, ਮਾਣ ਦੇ ਨਾਲ, ਇੱਜ਼ਤ ਦੇ ਕੇ, ਸਨਮਾਨ ਦੇ ਕੇ ਪੀਰ ਬੁੱਧੂ ਸ਼ਾਹ ਨੂੰ। ਤੇ ਜਿਹੜੇ ਬੁੱਧੂ ਸ਼ਾਹ ਦੇ ਨਾਲ ਆਏ ਸਨ ਉਹਨਾਂ ਨੂੰ ਵੀ ਸਨਮਾਨ ਦੇ ਕੇ ਮਹਾਰਾਜ ਨੇ ਤੁਰਿਆ ਹੈ। ਬਾਰ ਬਾਰ ਕਰ ਬੰਦਨ ਗਇਓ ਸਢੋਰੇ ਧਾਮ। ਕਹਿਣ ਲੱਗੇ ਪੀਰ ਜੀ ਨਾ ਸਤਿਗੁਰਾਂ ਨੂੰ ਵਾਰ-ਵਾਰ ਮੱਥਾ ਟੇਕਦਾ, ਜਾਣ ਨੂੰ ਜੀ ਨਹੀਂ ਕਰਦਾ ਆਪਣੇ ਪਿਆਰੇ ਗੁਰੂ ਤੋਂ ਦੂਰ, ਪਰ ਸਤਿਗੁਰਾਂ ਦਾ ਹੁਕਮ ਪਾ ਕੇ ਤੁਰਦਾ ਫਿਰ ਮੱਥਾ ਟੇਕ ਲੈਂਦਾ, ਤੁਰਦਾ ਫਿਰ ਮੱਥਾ ਟੇਕ ਲੈਂਦਾ, ਵਾਰ-ਵਾਰ ਨਮਸਕਾਰਾਂ ਕਰਦਾ। ਇਹ ਜਿਹੜਾ ਪੀਰ ਆਪਣੇ ਸਢੌਰੇ ਨਗਰ ਨੂੰ ਚਲਾ ਗਿਆ ਹੈ। ਪੂਰ ਮਰੀਦਨ ਕਾਮਨਾ ਸਾਰੇ ਸਭਨ ਕੇ ਕਾਮ। ਸਾਰਿਆਂ ਚੇਲਿਆਂ ਦੀ ਵੀ ਕਾਮਨਾ ਪੂਰੀ ਹੋਈ ਕਿ ਮੂੰਹੋਂ ਮੰਗਿਆ ਧਨ ਮਿਲ ਗਿਆ, ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਵੱਖਰੀਆਂ ਮਿਲੀਆਂ। ਇਹ ਸਢੌਰਾ ਨਗਰ ਗੁਰਮੁਖੋਂ ਨੇੜੇ ਹੀ ਹੈ ਪੌਂਟਾ ਸਾਹਿਬ ਦੇ। ਵਿਦਵਾਨਾਂ ਨੇ ਲਿਖਿਆ ਵੀ ਕੋਈ 20 ਕੁ ਮੀਲ ਦਾ ਫਾਸਲਾ ਹੈ ਇਹ ਉਸ ਨਗਰ ਨੂੰ। ਪੀਰ ਜੀ, ਇਹ ਪੀਰ ਜੀ ਦਾ ਨਗਰ ਸੀ, ਬੁੱਧੂ ਸ਼ਾਹ ਦਾ ਸਢੌਰਾ ਨਾਮ ਹੈ, ਤੇ ਉਧਰ ਨੂੰ ਚਲੇ ਗਏ ਹਨ। ਕੰਧ ਬਿਖਾ ਰਖਤਾ ਹੈ ਕੋ ਤਾਮੈ ਦੀਨ ਚਿਨਾਏ। ਕਹਿਣ ਲੱਗੇ ਇਹ ਜਿਹੜੀਆਂ ਦਾਤਾਂ ਸਨ ਉਸ ਵੇਲੇ ਆਪਣੇ ਘਰ ਦੇ ਵਿੱਚ ਲਿਜਾ ਕੇ ਕਹਿਣ ਲੱਗੇ ਸਾਂਭ ਲਈਆਂ ਹਨ। 68 ਸੈ 70 ਬਿਖੈ ਔਚਕ ਗਿਰੀ ਸੋ ਜਾਏ। ਕਹਿਣ ਲੱਗੇ ਵੀ ਇਹ ਸਮਾਂ ਲਿਖਿਆ ਵੀ 1870 ਦੇ ਵਿੱਚ, ਕਹਿਣ ਲੱਗੇ ਵੀ ਉੱਥੇ ਕਹਿਣ ਲੱਗੇ ਐਸੇ ਭਾਣੇ ਵਾਪਰੇ ਹਨ। ਨਿਕਸੀ ਤਬ ਸੰਦੂਕਰੀ ਹੁਕਮ ਪੱਤਰ ਪਠ ਜਾਨ। ਕਹਿਣ ਲੱਗੇ ਵੀ ਉਹਦੇ ਵਿੱਚੋਂ ਕਹਿਣ ਲੱਗੇ ਵੀ ਇੱਕ ਫਿਰ ਸੰਦੂਖੜੀ ਨਿਕਲੀ ਤੇ ਉਹਦੇ ਵਿੱਚ ਇੱਕ ਪੱਤਰ ਹੈ ਤੇ ਪੱਤਰ ਉੱਪਰ ਹੁਕਮਨਾਮਾ ਲਿਖਿਆ ਹੈ। ਰਹਿਤ ਹੋਤੇ ਕਵ ਜਿਸ ਨਿਕਟ ਸੋ ਸਰਦਾਰ ਮਹਾਨ। ਕਹਿਣ ਲੱਗੇ ਕਵੀ ਸੰਤੋਖ ਸਿੰਘ ਜੀਆਂ ਦੇ ਕੋਲ ਕੋਈ ਸਰਦਾਰ ਰਹਿੰਦੇ ਸਨ ਤੇ ਬੜੇ ਮਹਾਨ ਹਨ, ਉਹਨਾਂ ਨੇ ਚੀਜ਼ਾਂ ਦੇਖੀਆਂ ਹਨ। ਪੁਰਬ ਲਿਆਏ ਸੋ ਤਹਾਂ ਦੇਖੀ ਸਭਨ ਪਛਾਨ। ਸਾਰਿਆਂ ਨੇ ਲਿਆਂਦੀ ਹੈ ਤੇ ਫਿਰ ਉਸ ਦੀ ਪਛਾਣ ਕੀਤੀ ਹੈ। ਮਾਨੀ ਸਿਰ ਧਰ ਦੇਤ ਭੇ ਸਿੱਖ ਬੋ ਧਨ ਕੋ ਦਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਸ ਸਿੱਖ ਨੇ ਆਪਣਾ ਸਿਰ ਦਿੱਤਾ ਮਾਣ ਦੇਣ ਵਾਸਤੇ, ਮਹਾਰਾਜ ਨੇ ਧਨ ਤੇ ਮਾਇਆ ਦਿੱਤੀ ਹੈ। ਸੰਤਤ ਬੁੱਧੂ ਸ਼ਾਹ ਕੀ ਅਬ ਲਓ ਤਾਂ ਅਲੰਬ। ਕਹਿਣ ਲੱਗੇ ਪੀਰ ਬੁੱਧੂ ਸ਼ਾਹ ਦੀ ਜਿਹੜੀ ਸੰਤਾਨ ਹੈ ਨਾ, ਕਹਿੰਦੇ ਵੀ ਹੁਣ ਤੱਕ ਉਹਨਾਂ ਦਾ ਇਹ ਆਸਰਾ, ਇਹ ਵਸਤੂਆਂ ਮਹਾਰਾਜ ਦੀਆਂ ਬਣੀਆਂ ਹਨ। ਕਰਤ ਜੀਵਕਾ ਤਿਸੀ ਤੇ ਪਾਵਤ ਦਰਬ
ਜਗਦੰਬ। ਤੇ ਬੇਅੰਤ ਮਾਇਆ ਗੁਰੂ ਕਿਆਂ ਸਿੱਖਾਂ ਕੋਲੋਂ ਸੰਗਤਾਂ ਕੋਲੋਂ ਉਸ ਵਸਤੂ ਦੀ ਇਹ ਪ੍ਰਾਪਤ ਕਰਦੇ ਹਨ। ਸੰਮਤ ਬੀਤੇ ਆਏ ਸੋ ਹਮਕੋ ਦਰਸ ਦਿਖਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਲ ਬੀਤਿਆ ਹੈ ਕਿ ਉਹਨਾਂ ਨੇ ਫਿਰ ਆ ਕੇ ਉਹਨਾਂ ਚੀਜ਼ਾਂ ਨੂੰ ਸਾਨੂੰ ਦਰਸ਼ਨ ਕਰਵਾਏ ਹਨ। ਬੁੱਧੂ ਸ਼ਾਹੀ ਪ੍ਰਸੰਗ ਕੋ ਭਾਖਿਓ ਸਕਲ ਸੁਬਨਾਏ। ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦੇ ਜਿਹੜੇ ਬਚਨ ਨੇ ਅਸੀਂ ਸੁਣਾਏ। ਗੁਰਮੁਖੋ ਵਿਦਵਾਨਾਂ ਨੇ ਲਿਖਿਆ ਵੀ ਪੀਰ ਬੁੱਧੂ ਸ਼ਾਹ ਜਿੰਨਾ ਚਿਰ ਆਪਣੇ ਸਰੀਰ ਵਿੱਚ ਚੜ੍ਹਦੀ ਕਲਾ 'ਚ ਰਹਿਣ ਉਹਨਾਂ ਚਿਰ ਉਹਨਾਂ ਨੇ ਮਹਾਰਾਜ ਦੀ ਉਹ ਦਸਤਾਰ ਤੇ ਉਹ ਵਸਤੂਆਂ ਸਾਂਭ ਕੇ ਰੱਖੀਆਂ, ਦਰਸ਼ਨ ਕਰਦੇ ਰਹੇ। ਤੇ ਜਦੋਂ ਪੀਰ ਬੁੱਧੂ ਸ਼ਾਹ ਨੇ ਵੇਖਿਆ ਨਾ ਵੀ ਹੁਣ ਸਰੀਰ ਜਿਹੜਾ ਗਾਂ ਬਜ਼ੁਰਗ ਹੁੰਦਾ ਜਾ ਰਿਹਾ ਤੇ ਕਮਜ਼ੋਰੀ ਆਉਂਦੀ ਜਾਂਦੀ ਹੈ, ਉਹਨਾਂ ਨੇ ਸਾਰੀਆਂ ਵਸਤੂਆਂ ਇਕੱਠੀਆਂ ਕਰਕੇ ਨਾ ਮਹਾਰਾਜ ਦੀ ਦਾਤ ਤੇ ਇੱਕ ਨਿੱਕੇ ਜਿਹੇ ਸੰਦੂਕ ਵਿੱਚ ਰੱਖ ਦਿੱਤੀਆਂ। ਜਿਹੜਾ ਸੰਦੂਕ ਸੀ ਨਾ ਉਹ ਕਹਿ ਕੇ ਮਿਸਤਰੀਆਂ ਨੂੰ ਤੇ ਇੱਕ ਵੱਡੀ ਕੰਧ ਬਣਾ ਕੇ ਤੇ ਉਹਦੇ ਵਿੱਚ ਰੱਖ ਕੇ ਤੇ 4 ਚੁਫੇਰੇ ਇੱਟਾਂ ਲਵਾ ਦਿੱਤੀ। ਕਹਿਣ ਲੱਗੇ ਇਸ ਤਰ੍ਹਾਂ ਉਹ ਸੰਦੂਕ ਕਈ ਤਰ੍ਹਾਂ ਦੇ ਗਦਰ ਮੱਚੇ ਦੇਸ਼ ਦੇ ਵਿੱਚ, ਕਈ ਤਰ੍ਹਾਂ ਦੇ ਜੰਗ ਹੋਏ, ਕਈ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਹੋਈਆਂ। ਤੇ ਫਿਰ ਉਹ ਜਿਹੜਾ ਸੰਦੂਕ ਹੈ ਨਾ, ਕਹਿਣ ਲੱਗੇ 1870 ਦੇ ਵਿੱਚ ਉਹ ਕੰਧ ਡਿੱਗੀ ਅਚਾਨਕ ਤੇ ਕੰਧ ਦੇ ਵਿੱਚੋਂ ਫਿਰ ਉਹ ਸੰਦੂਕ ਨਿਕਲਿਆ ਜਿਹਦੇ ਵਿੱਚ ਪੀਰ ਜੀਆਂ ਨੇ ਵਸਤੂਆਂ ਰੱਖੀਆਂ। ਜਦੋਂ ਵਸਤੂਆਂ ਕੱਢੀਆਂ ਤੇ ਫਿਰ ਪਛਾਣ ਕੀਤੀ ਗਈ, ਪਛਾਣ ਗਈ ਗੁਰੂ ਕੀ ਸੰਗਤ, ਗੁਰੂ ਕੇ ਸਿੱਖ ਵੀ ਇਹ ਤੇ ਦਸਤਾਰ ਇਹ ਵਸਤੂਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ। ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਆਪ ਦਰਸ਼ਨ ਕੀਤੇ ਉਹਨਾਂ ਵਸਤੂਆਂ ਦੇ, ਕੰਘਾ ਕੇਸ ਔਰ ਦਸਤਾਰ ਦੇ ਮੈਂ ਦਰਸ਼ਨ ਕੀਤੇ। ਅਜੇ ਤੱਕ ਵੀ ਉਹ ਵਸਤੂਆਂ ਪੀਰ ਬੁੱਧੂ ਸ਼ਾਹ ਦੀ ਸੰਤਾਨ ਕੋਲ ਪਈਆਂ ਨੇ। ਉਹਨਾਂ ਦੀ ਕੁੱਲ ਹੈ ਨਾ ਜਿੱਥੇ ਉਹਨਾਂ ਦਾ ਖਾਨਦਾਨ ਪਰਿਵਾਰ ਰਹਿੰਦਾ, ਅਜੇ ਵੀ ਇਹ ਮਹਾਰਾਜ ਦੀ ਦਾਤ ਉਹਨਾਂ ਦੇ ਕੋਲ ਹੈ। ਆਪ ਸੰਗਤਾਂ ਅੱਜ ਵੀ ਉਸ ਵਸਤੂ ਦੇ, ਉਹਨਾਂ ਵਸਤੂਆਂ ਦੇ ਦਾਤਾਂ ਦੇ ਦਰਸ਼ਨ ਕਰ ਸਕਦੇ ਹੋ। ਪੀਰ ਬੁੱਧੂ ਸ਼ਾਹ ਜੀਆਂ ਦੇ ਕੋਲ, ਉਹਨਾਂ ਦੇ ਖਾਨਦਾਨ ਦੇ ਕੋਲ ਇਹ ਸਾਰੀਆਂ ਵਸਤੂਆਂ ਹਨ। ਦੋਹਰਾ ਸ੍ਰੀ ਸਤਿਗੁਰ ਤਬ ਕੇਸਰੀ ਅਪਰਬੰਧ ਦਸਤਾਰ। ਇਹ ਤੇ ਮਹਾਰਾਜ ਜੀਆਂ ਨੇ ਉਸ ਵੇਲੇ ਬਖਸ਼ਿਸ਼ ਕਰ ਦਿੱਤਾ ਇਹਨਾਂ ਨੂੰ ਤੇ ਆਪ ਕੇਸਰੀ ਰੰਗ ਦੀ ਦਸਤਾਰ ਮਹਾਰਾਜ ਨੇ ਸਿਰ ਤੇ ਬੱਧੀ ਹੈ। ਜਿਗਾ ਬਾਂਧ ਕਲਗੀ ਤਰੀ ਸ਼ੋਭਾ ਉਦਤ ਉਦਾਰ। ਤੇ ਸਤਿਗੁਰਾਂ ਨੇ ਜਿਗਾ ਬੰਨ੍ਹ ਕੇ ਤੇ ਜਿਗਾ ਦੇ ਉੱਪਰ ਕਲਗੀ ਲਾ ਕੇ ਤੇ ਇਸ ਤਰ੍ਹਾਂ ਬੜੀ ਸੋਹਣੀ ਦਸਤਾਰ ਸਜਾ ਕੇ ਮਹਾਰਾਜ ਤਿਆਰ ਹੋਏ ਹਨ। ਨਿਸ਼ਾਨੀ ਛੰਦ ਲੱਗਿਓ ਦੀਵਾਨ ਮਹਾਨ ਪਟ ਵੱਡ ਹੋਤ ਆਨੰਦੇ। ਕਹਿਣ ਲੱਗੇ ਵੱਡਾ ਦੀਵਾਨ ਲੱਗਿਆ ਤੇ ਸੂਰਮੇ ਬੜੇ ਆਨੰਦ ਦੇ ਸਮੇਤ ਹਨ। ਸਾਧ ਕਿਰਪਾਲ ਮਹੰਤ ਤਬ ਆਇਓ ਗੁਰ ਬੰਦੇ। ਇੰਨੇ ਚਿਰ ਨੂੰ ਮਹੰਤ ਕਿਰਪਾਲ ਦਾਸ ਆ ਗਿਆ ਤੇ ਉਹਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਹੈ। ਸਭਾ ਵਿਖੇ ਸਨਮਾਨ ਕਰ ਪ੍ਰਭ ਤਾਹੀ ਬਿਠਾਇਓ। ਸਤਿਗੁਰਾਂ ਨੇ ਦੀਵਾਨ ਦੇ ਵਿੱਚ ਇਹਦਾ ਸਨਮਾਨ ਕੀਤਾ, ਇਸ ਮਹੰਤ ਦਾ ਕਿਰਪਾਲ ਦਾਸ ਦਾ ਤੇ ਆਪਣੇ ਕੋਲ ਬਿਠਾ ਲਿਆ ਹੈ। ਸਾਧ ਸਾਧ ਸ੍ਰੀ ਮੁਖ ਕਹਿਓ ਸਾਧੂ ਸੁਖ ਪਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਰਪਾਲ ਦਾਸ ਮਹੰਤ ਜੀ ਸ਼ਾਬਾਸ਼, ਤੁਹਾਨੂੰ ਵੀ ਸ਼ਾਬਾਸ਼। ਗੁਰੂ ਕੋਲੋਂ ਸ਼ਾਬਾਸ਼ ਐਵੇਂ ਨਹੀਂ ਮਿਲ ਜਾਂਦੀ। ਪੀਰ ਬੁੱਧੂ ਸ਼ਾਹ ਜੀਆਂ ਨੂੰ ਮਿਲੀ ਹੈ ਕੁਰਬਾਨੀ ਕਰਕੇ, ਤੇ ਜਾਂ ਮਿਲੀ ਹੈ ਫਿਰ ਇਸ ਮਹੰਤ ਕਿਰਪਾਲ ਦਾਸ ਨੂੰ ਜਿਹਨੇ ਡੰਡੇ ਦੇ ਨਾਲ ਪਠਾਨ ਦਾ ਸਿਰ ਪਾੜਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਹੰਤ ਕਿਰਪਾਲ ਦਾਸ ਜੀ ਤੁਹਾਨੂੰ ਵੀ ਸ਼ਾਬਾਸ਼ ਹੈ। ਬਖਸ਼ਿਸ਼ ਹੇਤ ਵਿਚਾਰ ਕਰ ਜਗ ਮੈਂ ਵਡਿਆਈ। ਸਤਿਗੁਰੂ ਪਾਤਸ਼ਾਹ ਜੀ ਨਾ ਇਹਨੂੰ ਵੀ ਵਡਿਆਈ ਦੇਣੀ ਚਾਹੁੰਦੇ ਵੀ ਇਹਨੇ ਏਡੀ ਵੱਡੀ ਕੁਰਬਾਨੀ ਕੀਤੀ ਹੈ, ਇਹਨੂੰ ਵੀ ਵਡਿਆਈ ਦਈਏ, ਸੰਸਾਰ ਵਿੱਚ ਮਾਣ ਦਈਏ। ਸਤਿਗੁਰਾਂ ਨੇ ਇਸ ਨੂੰ ਵਡਿਆਈ ਦੇਣ ਵਾਸਤੇ ਉਸ ਵੇਲੇ ਵਿਚਾਰ ਕੇ ਅਰਧ ਪਾਰ ਦਸਤਾਰ ਕੋ ਦੇਸੀਸ ਬੰਧਾਈ। ਸਤਿਗੁਰੂ ਜਿਹੜੀ ਦਸਤਾਰ ਬੰਨ੍ਹਦੇ ਪਏ ਸਨ ਨਾ ਕੇਸਰੀ ਰੰਗ ਦੀ, ਜਿੰਨੀ ਸਿਰ ਤੇ ਵੱਲ ਲਈ ਬੰਨ੍ਹ ਲਈ ਉਨੀ ਠੀਕ ਹੈ, ਜਿੰਨੀ ਹਾਲੇ ਬਾਕੀ ਸੀ ਉੱਥੋਂ ਹੀ ਪਾੜ ਦਿੱਤੀ ਮਹਾਰਾਜ ਨੇ ਖਿੱਚ ਕੇ। ਅੱਧੀ ਦਸਤਾਰ ਇਸ ਮਹੰਤ ਕਿਰਪਾਲ ਦਾਸ ਨੂੰ ਬਖਸ਼ੀ। ਮਹਾਰਾਜ ਕਹਿਣ ਲੱਗੇ ਸਾਡੇ ਸਾਹਮਣੇ ਹੀ ਸਾਡੇ ਸਿਰ ਤੇ ਬੰਨ੍ਹ ਕੇ ਵਿਖਾ। ਤੇ ਮਹੰਤ ਕਿਰਪਾਲ ਦਾਸ ਨੇ ਉਹ ਦਸਤਾਰ ਲਈ ਮਹਾਰਾਜ ਦੇ ਕੋਲੋਂ ਤੇ ਆਪਣੇ ਸਿਰ ਤੇ ਬੰਨ੍ਹ ਕੇ ਮਹਾਰਾਜ ਨੂੰ ਵਿਖਾਈ। ਇਹ ਸਤਿਗੁਰਾਂ ਨੇ ਦਾਤ ਇਸ ਮਹੰਤ ਕਿਰਪਾਲ ਦਾਸ ਨੂੰ ਵੀ ਦਿੱਤੀ ਹੈ। ਇਹ ਵਡਿਆਈ ਬਖਸ਼ੀ ਮਹਾਰਾਜ ਨੇ, ਮਾਣ ਬਖਸ਼ਿਆ। ਆਪਣੀ ਦਸਤਾਰ ਜਿਹੜੀ ਬੰਨ੍ਹਦੇ ਪਏ ਅੱਧੀ ਸੀਸ ਤੇ ਆਪ ਸਜਾ ਲਈ ਹੈ, ਅੱਧੀ ਮਹੰਤ ਕਿਰਪਾਲ ਦਾਸ ਨੂੰ ਆਖਿਆ ਤੁਸੀਂ ਵੀ ਸਾਡੇ ਸਾਹਮਣੇ ਆਪਣੇ ਸਿਰ ਤੇ ਸਜਾਓ। ਇਹ ਮਹਾਰਾਜ ਨੇ ਮਾਣ ਬਖਸ਼ਿਆ, ਵਡਿਆਈ ਦਿੱਤੀ ਹੈ। ਕੁਲਹਾਂ ਕੇ ਉਪਰ ਬਦੀ ਦੁੱਤ ਹੋਏ ਗਈ ਦੋਨੀ। ਕਹਿਣ ਲੱਗੇ ਵੀ ਇਹ ਮਹੰਤ ਕਿਰਪਾਲ ਦਾਸ ਜੀ ਸਿਰ ਤੇ ਸਾਧੂਆਂ ਨੂੰ ਟੋਪੀ ਮਿਲਦੀ ਹੈ, ਸੇਲੀ ਟੋਪੀ, ਤੇ ਉਹ ਸੇਲੀ ਟੋਪੀ ਦੇ ਉੱਪਰ ਇਹਨਾਂ ਨੇ ਦਸਤਾਰ ਬੰਨ੍ਹ ਲਈ ਤੇ ਬੜੀ ਸ਼ੋਭਾ ਬਣੀ ਹੈ। ਗਿਆਨ ਸੱਚ ਦਾ ਆਨੰਦ ਮੈਂ ਬ੍ਰਿਤ ਟਿੱਕੀ ਚਾਉਨੀ। ਤੇ ਸਤਿਗੁਰੂ ਪਾਤਸ਼ਾਹ ਨੇ ਗੁਰਮੁਖੋ ਕੱਲੀ ਦਸਤਾਰ ਨਹੀਂ ਦਿੱਤੀ,
ਦਸਤਾਰ ਦੇ ਨਾਲ ਬ੍ਰਹਮ ਗਿਆਨ ਬਖਸ਼ਿਸ਼ ਕਰ ਦਿੱਤਾ। ਇੱਕ ਵਾਰੀ ਆਖੀਏ ਸਤਨਾਮ। ਮਹੰਤ ਕਿਰਪਾਲ ਦਾਸ ਦੀ ਦਸਤਾਰ ਬੰਨ੍ਹਦੇ ਗਏ, ਬ੍ਰਹਮ ਗਿਆਨ ਦੇ ਕਪਾਟ ਖੁੱਲ੍ਹਦੇ ਗਏ, ਨਾਲ ਹੀ ਸਮਾਧੀ ਲੱਗ ਗਈ, ਨਾਲ ਹੀ ਧਿਆਨ ਜੁੜ ਗਿਆ। ਜਿਸ ਧਿਆਨ ਨੂੰ ਲਾਉਣ ਵਾਸਤੇ ਪਾਉਣ ਵਾਸਤੇ ਪਤਾ ਨਹੀਂ ਕਿੰਨਾ ਸਮਾਂ ਤਪ ਕਰਦੇ ਰਹੇ, ਉਹ ਤਪ ਸਤਿਗੁਰਾਂ ਨੇ 1 ਮਿੰਟ ਵਿੱਚ ਹੀ ਸਫਲਾ ਕਰਕੇ ਨਾਲ ਹੀ ਧਿਆਨ ਜੋੜ ਦਿੱਤਾ। ਸਤਿਗੁਰਾਂ ਦਾ ਬਚਨ ਆਪਾਂ ਪੜ੍ਹਦੇ ਹਾਂ। ਮਹਾਰਾਜ ਫਰਮਾਉਂਦੇ ਨੇ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ। ਜਦੋਂ ਗੁਰੂ ਨੇ ਪ੍ਰਸੰਨਤਾ ਕਰਨੀ ਹੈ ਨਾ, ਪਤਾ ਨਹੀਂ ਕਿਹੜੇ ਕਰਮ ਤੇ ਕਰ ਦੇਣੀ, ਕਿ ਕਦੋਂ ਕਰ ਦੇਣੀ ਹੈ, ਨਾ ਸਮੇਂ ਦਾ ਪਤਾ ਹੈ ਨਾ ਉਸ ਕਰਮ ਦਾ ਪਤਾ, ਪਰ ਜਦੋਂ ਪ੍ਰਸੰਨਤਾ ਹੋ ਗਈ ਨਾ, ਨਾਲ ਹੀ ਸਭ ਕੁਝ ਪ੍ਰਾਪਤ ਹੋ ਜਾਣਾ। ਇਹ ਗੁਰੂ ਦੀ ਖੁਸ਼ੀ ਹੈ, ਗੁਰੂ ਦੀ ਮਰਜ਼ੀ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਦਾਤਾਂ ਸਿਮਰਨ ਵਿੱਚੋਂ ਮਿਲਦੀਆਂ। ਜਦੋਂ ਗੁਰੂ ਖੁਸ਼ ਹੋ ਜਾਂਦਾ ਹੈ, ਸਤਿਗੁਰੂ ਝਾਟੀ ਫਿਰ ਬਖਸ਼ਿਸ਼ਾਂ ਕਰ ਦਿੰਦੇ ਹਨ। ਤਕਮਾ ਇਹ ਤਉ ਪੰਥ ਕੋ ਜਗ ਸਜੈ ਨਿਰਾਲਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਬਖਸ਼ਿਸ਼ ਕੀਤੀ। ਕਹਿਣ ਲੱਗੇ, ਮਹੰਤ ਜੀ ਤੈਨੂੰ ਮਰਾਤਬੇ ਦਾ ਚਿੰਨ੍ਹ ਬਖਸ਼ਿਸ਼ ਕੀਤਾ ਹੈ, ਇਹ ਪੱਗ ਦੇ ਸਹਿਜ ਟੋਪੀ, ਇਹ ਤੇਰਾ ਨਿਰਾਲਾ ਹੀ ਪੰਥ ਹੋਵੇਗਾ। ਤੇਰੇ ਪੰਥ ਵਾਲੇ ਸਿਰ ਤੇ ਸੇਲੀ ਟੋਪੀ ਲੈ ਕੇ ਦਸਤਾਰ ਬੰਨ੍ਹਿਆ ਕਰਨਗੇ। ਤੈਨੂੰ ਅਸੀਂ ਤਗਮਾ ਦਿੱਤਾ, ਭਾਵ ਕਿ ਤੈਨੂੰ ਇਹ ਬਖਸ਼ਿਸ਼ ਦਿੱਤੀ ਹੈ। ਦੋਨੋਂ ਲੋਕ ਸੁਧਾਰ ਦੇ ਗੁਰਬਖਸ਼ ਵਿਸ਼ਾਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰੇ ਦੋਨੇ ਲੋਕ ਜਿਹੜੇ ਨੇ ਉਹ ਸੁਧਰ ਗਏ, ਇਹ ਲੋਕ ਵੀ ਤੇ ਪਰਲੋਕ ਵੀ, ਦੋਨੇ ਤੇਰੇ ਲੋਕ ਅੱਜ ਸਫਲੇ ਹੋ ਗਏ। ਇਹ ਗੁਰੂ ਦੀਆਂ ਬਖਸ਼ਿਸ਼ਾਂ ਤੇਰੇ ਤੇ ਪ੍ਰਾਪਤ ਹੋਈਆਂ ਹਨ। ਨਿਤ ਪ੍ਰਤ ਦੇ ਕਰਾਏ ਕੀ ਦੀਜੈ ਸੰਗ ਚੇਲੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕੜਾਹ ਪ੍ਰਸ਼ਾਦ ਦੀ ਦੇਗ ਤੂੰ ਰੋਜ਼ ਕਰਾਉਣੀ ਹੈ ਆਪਣੇ ਚੇਲਿਆਂ ਨੂੰ ਨਾਲ ਲੈ ਕੇ। ਕਾਰਦਾਰ ਪਰ ਗੁਰ ਹੁਕਮ ਹੋਇਓ ਤਿਸ ਵੇਲੇ। ਤੇ ਜਿਹੜੇ ਸੇਵਾਦਾਰ ਸਨ ਮਹਾਰਾਜ ਜੀਆਂ ਨੂੰ, ਉਹਨਾਂ ਨੂੰ ਵੀ ਉਸ ਵੇਲੇ ਹੁਕਮ ਕੀਤਾ ਹੈ। ਦਇਆ ਰਾਮ ਪ੍ਰੋਹਤ ਬਲੀ ਕੀਨੋ ਰਣ ਭਾਰੀ। ਸਤਿਗੁਰੂ ਪਾਤਸ਼ਾਹ ਫਿਰ ਦਇਆ ਰਾਮ ਨੂੰ ਬੁਲਾ ਲਿਆ। ਇਹ ਪ੍ਰੋਹਤ ਹੈ ਜੰਗ, ਇਹਨੇ ਵੀ ਬੜਾ ਚੰਗਾ ਕੀਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦਇਆ ਰਾਮ ਜੀ ਆਓ, ਤੁਸੀਂ ਵੀ ਬੜਾ ਵੱਡਾ ਜੰਗ ਕੀਤਾ ਹੈ। ਕਰਤ ਭਏ ਬਖਸ਼ਿਸ਼ ਤਬੈ ਤਿਸ ਔਰ ਨਿਹਾਰੀ। ਸਤਿਗੁਰੂ ਜੀ ਬੜੇ ਖੁਸ਼ ਹੋ ਕੇ ਨਾ ਤੇ ਬੜੀ ਪ੍ਰਸੰਨਤਾ ਦੇ ਨਾਲ ਕਿਰਪਾ ਕਟਾਖ ਅਵਲੋਕਨ ਕੀਨੋ, ਮੇਰ ਦੀ ਨਜ਼ਰ ਦੇ ਨਾਲ ਮਹਾਰਾਜ ਨੇ ਇਸ ਦਇਆ ਰਾਮ ਪ੍ਰੋਹਤ ਵੱਲ ਤੱਕਿਆ ਹੈ। ਢਾਲਾ ਬਖਸ਼ੋ ਆਪਨੋ ਪੋਟ ਪਟਾ ਲਿਖਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹਨੂੰ ਇੱਕ ਢਾਲ ਬਖਸ਼ਿਸ਼ ਕੀਤੀ। ਮਹਾਰਾਜ ਅੱਜ ਬਖਸ਼ਿਸ਼ਾਂ ਹੀ ਕਰਦੇ ਪਏ, ਵੰਡਦੇ ਹੀ ਪਏ, ਅੱਜ ਦਾਤਾਂ ਦਈ ਜਾ ਰਿਹਾ, ਦਈ ਜਾ ਰਿਹਾ। ਇਹਦਾ ਜੰਗ ਵੇਖ ਕੇ ਖੁਸ਼ ਹੋਏ, ਇਹਨੂੰ ਢਾਲ ਦਿੱਤੀ ਤੇ ਇੱਕ ਪਟਾ ਲਿਖਾਇਆ। ਮਹਾਰਾਜ ਨੇ ਇੱਕ ਲਿਖਤ ਲਿਖਾਈ ਉੱਥੇ ਬਿਠਾ ਕੇ। ਕਹਿਣ ਲੱਗੇ ਹਨ, ਇਨ ਪੂਜੈ ਦਰਸ਼ਨ ਕਰੈ ਪਾਵੈ ਮਨ ਭਾਇਓ। ਸਤਿਗੁਰਾਂ ਨੇ ਇਹ ਲਿਖਵਾ ਕੇ ਦਿੱਤਾ ਵੀ ਜਿਹੜਾ ਸੰਗਤ ਇਸ ਢਾਲ ਦੇ ਦਰਸ਼ਨ ਕਰੇਗਾ ਔਰ ਇਹਨਾਂ ਦੀ ਕੁਲ ਦੀ ਪੂਜਾ ਕਰੇਗਾ, ਉਹ ਮਨ ਇੱਛਤ ਫਲ ਪਾ ਲਵੇਗਾ। ਇਹ ਹੈ ਸਤਿਗੁਰੂ ਪਾਤਸ਼ਾਹ ਜੀ ਮਨੂਰੋ ਕੰਚਨ ਕਰੈ। ਮਨੂਰ ਕਿਹਾ ਜਾਂਦਾ ਜਿਹੜਾ ਸੜਿਆ ਲੋਹਾ। ਜਦੋਂ ਕੋਈ ਲੋਹਾਰ ਲੋਹੇ ਨੂੰ ਸਾੜਦਾ ਤੇ ਉਹ ਸੜ ਕੇ ਲੋਹਾ ਚਿੰਗਿਆੜੀਆਂ ਬਣ ਕੇ ਤੇ ਚੁੱਲ੍ਹੇ ਦੇ ਕੋਲ ਇਕੱਠਾ ਹੋ ਜਾਂਦਾ। ਸੜਿਆ ਲੋਹਾ ਉਹ ਕਿਸੇ ਕੰਮ ਨਹੀਂ ਆਉਂਦਾ, ਨਾ ਲੋਹੇ ਦੇ ਕੰਮ ਆਇਆ, ਨਾ ਮਿੱਟੀ ਦੇ, ਨਾ ਵੇਚਣ ਦੇ, ਉਹ ਕਿਸੇ ਕੰਮ ਨਹੀਂ ਆਉਂਦਾ। ਸੜਿਆ ਲੋਹਾ ਜਿਹੜਾ ਨਿੱਕਾ ਨਿੱਕਾ ਬਰੀਕ ਹੋ ਕੇ ਪਿਆ। ਕਹਿਣ ਲੱਗੇ, ਇਹੋ ਜਿਹਾ ਮਨੂਰ ਜੇ ਕਿਤੇ ਗੁਰੂ ਕਿਰਪਾ ਹੋ ਜਾਵੇ ਤੇ ਉਹ ਵੀ ਸੋਨੇ ਵਰਗਾ ਕੀਮਤੀ ਬਣ ਜਾਂਦਾ। ਕਹਿਣ ਤੋਂ ਭਾਵ ਇਹ ਆ ਵੀ ਜਿਹੜਾ ਮਨੂਰ ਵਰਗਾ ਹੈ ਨਾ, ਨਿਕੰਮਾ, ਜਿਹੜਾ ਕਿਸੇ ਕੰਮ ਨਹੀਂ ਆਇਆ, ਜਿਹਦਾ ਕੋਈ ਮੁੱਲ ਨਹੀਂ ਹੈ, ਜਿਹਦਾ ਕਿਤੇ ਕੁਝ ਨਹੀਂ ਵਟਿਆ ਜਾਂਦਾ, ਇਹੋ ਜਿਹਾ ਵਿਅਕਤੀ ਵੀ ਜੇ ਗੁਰੂ ਕੋਲ ਆ ਜਾਵੇ ਤੇ ਗੁਰੂ ਸੋਨੇ ਵਰਗਾ ਕੀਮਤੀ ਕਰ ਦਿੰਦਾ, ਉਹਦਾ ਮੁੱਲ ਪਵਾ ਦਿੰਦਾ। ਮਨੂਰੋ ਕੰਚਨ ਕਰੈ, ਮਨੂਰ ਤੋਂ ਕੰਚਨ ਸੋਨਾ ਬਣਾ ਦਿੰਦੇ ਮਹਾਰਾਜ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਪਏ। ਇਹਨੂੰ ਢਾਲ ਦੇ ਕੇ ਆਖੇ, ਬਚਨ ਆਖਿਆ, ਜਿਹੜਾ ਇਸ ਢਾਲ ਦੇ ਦਰਸ਼ਨ ਕਰੇਗਾ ਔਰ ਇਹਨਾਂ ਦੇ ਪਰਿਵਾਰ ਨੂੰ ਮਿਲੇਗਾ, ਉਹ ਵੀ ਮਨ ਇੱਛਤ ਫਲ ਪਾ ਲਵੇਗਾ। ਤਿੰਨੋਂ ਬੈਠੇ ਭਾਨ ਜੇ ਦੀਨੀ ਬਹੁ ਧੀਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ 3 ਭਰਾ ਕੋਲ ਬੈਠੇ ਨੇ। ਭਾਈ ਸੰਗੋ ਸ਼ਾਹ ਜੀ ਤੇ ਭਾਈ ਜੀਤਮਲ ਜੀ ਚੜ੍ਹਾਈ ਕਰ ਗਏ, ਸਰੀਰ ਛੱਡ ਗਏ, ਸੱਚਖੰਡ ਨੂੰ ਚਲੇ ਗਏ। ਮਹਾਰਾਜ ਦੇ ਭੂਆ ਦੇ ਪੁੱਤਰ ਸਾਨੇ 5 ਤੇ ਭਰਾ ਹੀ ਲੱਗੇ ਨਾ, ਤੇ 2 ਵਿੱਚੋਂ ਕਰ ਗਏ ਚੜ੍ਹਾਈ ਤੇ ਮਗਰ ਰਹਿ ਗਏ 3।
ਗੁਰਮੁਖੋ ਜੀ ਦਾ ਭਰਾ ਚੜ੍ਹਾਈ ਕਰ ਜਾਵੇ, ਪੂਰਾ ਹੋ ਜਾਵੇ, ਜਵਾਨੀ ਵਿੱਚ ਦੁੱਖ ਤੇ ਹੁੰਦਾ ਹੀ ਹੈ ਨਾ, ਵਿਚਾਰੇ ਥੋੜੇ ਦੁਖੀ ਸਨ, ਰੋਂਦੇ ਪੈ ਵੀ ਸਾਡੇ ਦੋ ਭਰਾ ਪੂਰੇ ਹੋ ਗਏ। ਤੇ ਸਤਿਗੁਰਾਂ ਨੂੰ ਇਹਨਾਂ ਤਿੰਨਾਂ ਭਰਾਵਾਂ ਨੂੰ ਉਸ ਵੇਲੇ ਧੀਰਜ ਦਿੱਤੀ ਹੈ। ਦੋਨੋਂ ਭਰਾਤਾ ਸੁਰਗ ਗਏ, ਜੇ ਗਤ ਵੱਡ ਵੀਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸ਼ੋਕ ਨਾ ਕਰੋ, ਤੁਹਾਡੇ ਤੇ ਦੋਨੇ ਭਰਾ ਸੱਚਖੰਡ ਨੂੰ ਚਲੇ ਗਏ ਹਨ। ਸਫਲ ਮਰਨ ਛਤਰੀਨ ਕੋ ਰਿਪ ਮਾਰਤ ਮਰਬੋ। ਕਿਉਂਕਿ ਛਤਰੀਆਂ ਦਾ ਮਰਨਾ ਤੇ ਸਫਲਾ ਹੈ, ਦੁਸ਼ਮਣ ਨੂੰ ਮਾਰ ਕੇ ਤੇ ਆਪ ਮਰ ਜਾਣਾ। ਕ੍ਰੋਧਤ ਹੋਏਗੇ ਚਲਨ, ਪਗ ਪਾਸ ਨ ਧਰਬੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰੋਣਾ ਇਹ ਤੇ ਪਿੱਛੇ ਪੈਰ ਕਰਨ ਵਾਲੀ ਗੱਲ ਹੈ, ਪਰ ਕਹਿਣ ਲੱਗੇ ਸੂਰਮਿਆਂ ਨੂੰ ਕਦੇ ਰੋਣਾ ਨਹੀਂ ਚਾਹੀਦਾ, ਇਹ ਤੇ ਪਿੱਛੇ ਪੈਰ ਪੱਟਣ ਵਾਲੀ ਗੱਲ ਹੈ। ਨਹੀਂ ਸੋਚਬੇ ਜੋਗ, ਸੋ ਨਿਜ ਧਰਮ ਸਮੇਤਾ। ਇਸ ਕਰਕੇ ਕਹਿਣ ਲੱਗੇ ਪਿੱਛੇ ਪੈਰ ਪਟਣਾ ਇਹ ਸੂਰਮਿਆਂ ਦਾ ਕੰਮ ਨਹੀਂ, ਸੂਰਮੇ ਦਾ ਕੰਮ ਹੈ ਵੀ ਧਰਮ ਦੇ ਸਮੇਤ ਅੱਗੇ ਹੋ ਕੇ ਲੜਨਾ ਕਰੇ। ਸੋ ਜਸ ਹਲਤ ਮੈਂ ਪਲਤ ਸੁਖ, ਥਿਤ ਦੇਵਨ ਕੇਤਾ। ਤੇ ਗੁਰਮੁਖਾਂ ਨੂੰ ਫਿਰ ਇਸ ਲੋਕ ਦੇ ਵਿੱਚ ਜਸ ਤੇ ਪਰਲੋਕ ਦੇ ਵਿੱਚ ਸੁਖ ਮਿਲਦਾ। ਜਿਹੜੇ ਜੰਗ ਦੇ ਵਿੱਚ ਜੂਝਦੇ ਨਾ, ਸ਼ਹੀਦੀ ਪਾਉਂਦੇ, ਐਸ ਲੋਕ ਵਿੱਚ ਉਹਨਾਂ ਦਾ ਜਸ ਹੁੰਦਾ, ਵਡਿਆਈ ਹੁੰਦੀ, ਪਰਲੋਕ ਦੇ ਵਿੱਚ ਸੁਖ ਮਿਲਦੇ ਹਨ। ਪਰਨ ਮੰਚ ਪਰ ਮਰਨ ਹੋਏ, ਭਟ ਕਉ ਨੈ ਨੀਕੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਮਰਨ ਮੰਚ ਪਰ ਜਿਹੜਾ ਸੂਰਮਾ ਹੁੰਦਾ ਨਾ, ਉਹਦਾ ਪਲੰਘੇ ਤੇ ਮਰਨਾ ਠੀਕ ਨਹੀਂ ਹੈ। ਪਲੰਘੇ ਤੇ ਮੰਜੇ ਤੇ ਮਰਨਾ ਸੂਰਮੇ ਵਾਸਤੇ ਠੀਕ ਨਹੀਂ ਹੈ। ਸੂਰਮੇ ਦੀ ਮੌਤ ਤੇ ਜੰਗ ਦੇ ਵਿੱਚ ਹੀ ਸੋਹਣੀ ਲੱਗਦੀ ਹੈ, ਜੰਗ ਦੇ ਵਿੱਚ ਜੂਝ ਕੇ ਮਰੇ वो तो मौत सफली है। शहीद की जो मौत है वो कौम की हयात है, हयात तो हयात वो मौत भी हयात है। शहीदां दी मौत तो गुरमुखों अमृत हुंदी है कौम वास्ते तो हुंदी है, ਉਹਦੇ अपने वास्ते भी ਉਹਦੀ मौत अमृत ਦਾ काम ही कर गई है। ਮੰਜੇ ਤੇ ਪੈ ਕੇ ਮਰਨਾ ਤੇ ਬਿਮਾਰਾਂ ਦਾ ਕੰਮ ਹੈ, ਸੰਸਾਰੀ ਲੋਕਾਂ ਦਾ ਕੰਮ ਹੈ। ਪਰ ਸੂਰਮਿਆਂ ਨੂੰ ਮੌਤ ਮੰਜੇ ਤੇ ਨਹੀਂ, ਰਣ ਮੈਦਾਨ ਵਿੱਚ ਆਵੇ, ਇਹ ਸਭ ਤੋਂ ਵੱਡੀ ਦਾਤ ਹੈ। ਦੁਰਲਭ ਪਾਵਨ ਸੁਰਗ ਕੋ ਨੈ ਜਸ ਕੋਟੀ ਕੋ। ਕਿਉਂਕਿ ਇਹ ਜਿਹੜਾ ਗੁਰਮੁਖੋ ਸੱਚਖੰਡ ਪਾਉਣਾ ਨਾ, ਇਹ ਬੜਾ ਦੁਰਲਭ ਹੈ। ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਸੱਚਖੰਡ ਪ੍ਰਾਪਤ ਕਰਨਾ ਬੜਾ ਔਖਾ। ਪਰ ਜਿਹੜਾ ਜੰਗ ਮੈਦਾਨ ਵਿੱਚ ਸੌਂ ਜਾਵੇ, ਜੰਗ ਕਰਦਾ ਸ਼ਹੀਦ ਹੋ ਜਾਵੇ, ਉਹਨੂੰ ਇਹ ਬੜਾ ਸੌਖਾ ਹੋ ਜਾਂਦਾ, ਸੌਖਾ ਹੀ ਸੱਚਖੰਡ ਦਾ ਵਾਸੀ ਬਣਦਾ ਹੈ। ਤਿੰਨੋਂ ਭਰਾਤਨ ਬੰਦ ਕਰ ਗੁਰ ਸੰਗ ਬਖਾਨਾ। ਇਹਨਾਂ ਤਿੰਨਾਂ ਭਰਾਵਾਂ ਨੇ ਨਾ ਜਿਹੜੇ ਬਚ ਗਏ ਸਨ ਜੰਗ ਵਿੱਚੋਂ, ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗੇ, ਸੁਆਮੀ ਤੁਮ ਦਵੈ ਲੋਕ ਕੇ ਬਖਸ਼ੋ ਸੁਖ ਨਾਨਾ। ਸਤਿਗੁਰੂ ਪਾਤਸ਼ਾਹ ਤੁਸੀਂ ਦੋਨਾਂ ਲੋਕਾਂ ਦੇ ਮਾਲਕ ਹੋ, ਸਾਡੇ ਭਰਾਵਾਂ ਨੂੰ ਪਰਲੋਕ ਦਾ ਸੁਖ ਦੇ ਦਿਓ। ਮਹਾਰਾਜ ਸਾਨੂੰ ਇਸ ਲੋਕ ਦਾ ਸੁਖ ਦੇ ਦਿਓ, ਜਦੋਂ ਅਸੀਂ ਸਰੀਰ ਛੱਡ ਕੇ ਜਾਵਾਂਗੇ ਫਿਰ ਸਾਨੂੰ ਪਰਲੋਕ ਦਾ ਸੁਖ ਦੇ ਦਿਓ। ਐਸੇ ਬਚਨ ਇਹਨਾਂ ਨੇ ਆਖੇ ਹਨ। ਦੁਰਲਭ ਰਾਵਰ ਕੀ ਖੁਸ਼ੀ ਪ੍ਰਾਪਤ ਵੱਡ ਭਾਗੇ। ਸਤਿਗੁਰੂ ਪਾਤਸ਼ਾਹ ਜੀ ਤੁਹਾਡੀ ਖੁਸ਼ੀ ਤੇ ਬੜੀ ਦੁਰਲਭ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹ ਤੁਹਾਡੀ ਖੁਸ਼ੀ ਤੇ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਜਗ ਕੇ ਹਤੋ ਕੋ ਬੰਧਨਾ ਤੁਮ ਪਾਗੇ ਅਨੁਰਾਗੇ। ਸਤਿਗੁਰੂ ਪਾਤਸ਼ਾਹ ਜੀ ਤੁਸੀਂ ਸੰਸਾਰ ਦੇ ਬੰਧਨਾਂ ਨੂੰ ਕੱਟਣ ਵਾਲੇ, ਜਿਹੜੇ ਤੁਹਾਡੇ ਚਰਨਾਂ ਨਾਲ ਜੁੜ ਜਾਂਦੇ, ਉਹ ਤੁਹਾਡੇ ਚਰਨਾਂ ਦੇ ਪ੍ਰੇਮੀ ਭੌਰੇ ਬਣ ਜਾਂਦੇ ਹਨ। ਕਹੋ ਆਪ ਸੋ ਸ਼੍ਰੇ ਹੈ ਸਭ ਜੀਵਨ ਕੇਰੀ। ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਬਖਸ਼ਿਸ਼ ਕਰੋ, ਆਪ ਜੀ ਦੇ ਹੁੰਦਿਆਂ ਸਾਡੇ ਸਰੀਰ ਨੂੰ ਸ਼੍ਰੇ ਕਹੀਏ ਮੁਕਤੀ ਹੈ। ਰਣ ਮੈਂ ਮਰਬੋ ਮਾਰਬੋ ਬੀਰਨ ਗਤ ਹੇਰੀ। ਕਿਉਂਕਿ ਸੂਰਮਿਆਂ ਦਾ ਜੰਗ ਵਿੱਚ ਮਰਨਾ ਤੇ ਮਾਰਨਾ ਇਹ ਸੂਰਮਿਆਂ ਦੀ ਮਰਿਆਦਾ ਹੈ। ਹਮਰੇ ਸ਼ੋਕ ਨ ਹੋਤ ਹੈ ਆਏ ਤੁਮ ਕਾਜੇ। ਸਤਿਗੁਰੂ ਪਾਤਸ਼ਾਹ ਸਾਡੇ ਮਨ ਵਿੱਚ ਕੋਈ ਸ਼ੋਕ ਨਹੀਂ ਹੈ, ਚੰਗੀ ਗੱਲ ਹੈ ਵੀ ਤੁਹਾਡੇ ਕੰਮ ਆ ਗਏ ਹਾਂ। ਦੀਨ ਦੁਨੀ ਪਾਤਸ਼ਾਹ ਹੋ ਨਿਜ ਦਾਸ ਨਿਵਾਜੇ। ਸਤਿਗੁਰੂ ਪਾਤਸ਼ਾਹ ਜੀ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ ਤੇ ਆਪਣਿਆਂ ਦਾਸਾਂ ਨੂੰ ਨਿਵਾਜਣ ਵਾਲੇ ਹੋ। ਸੁਨ ਪ੍ਰਸੰਨ ਸਤਿਗੁਰ ਭਏ ਬੋ ਬਖਸ਼ਿਸ਼ ਦੀਨੀ। ਸਤਿਗੁਰੂ ਪਾਤਸ਼ਾਹ ਸੁਣ ਕੇ ਬਚਨ ਤੇ ਬੜੇ ਖੁਸ਼, ਨਾਲ ਹੀ ਮਹਾਰਾਜ ਬੜੀਆਂ ਬਖਸ਼ਿਸ਼ਾਂ ਦੇਣ ਲੱਗੇ ਹਨ। ਜੇਵਰ ਜਰੇ ਜਵਾਹਰਨ ਜਿਨ ਕੀ ਦੁੱਤ ਪੀਨੀ। ਸਤਿਗੁਰੂ ਪਾਤਸ਼ਾਹ ਜੀਆਂ ਨੇ ਐਸੇ ਜਵਾਹਰਾਤ ਬਖਸ਼ਿਸ਼ ਕੀਤੇ ਜਿਨ੍ਹਾਂ ਜਵਾਹਰਾਂ ਦੇ ਵਿੱਚ ਗੁਰਮੁਖੋ ਬਹੁਤ ਜ਼ਿਆਦਾ ਜੇਵਰ ਕਹੀਏ ਗਹਿਣੇ, ਗਹਿਣਿਆਂ ਦੇ ਵਿੱਚ ਬੜੇ ਸੋਹਣੇ ਹੀਰੇ ਲੱਗੇ ਹੋਏ, ਐਸੇ ਹੀਰਿਆਂ ਲੱਗੇ ਗਹਿਣੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਉਸ ਵੇਲੇ ਭੇਟ ਕਰ ਦਿੱਤੇ ਹਨ। ਸਿਰੇ ਪਾਓ ਬੜ ਮੋਲ ਕੇ ਬੜ ਦੁਲੱਭ ਦੁਸ਼ਾਲੇ। ਸਤਿਗੁਰੂ ਪਾਤਸ਼ਾਹ ਜੀਆਂ ਨੇ ਬੜੇ ਮਹਿੰਗੇ ਮੁੱਲ ਦੇ ਸਿਰੋਂ ਪਾਓ ਤੇ ਮਹਿੰਗੇ ਦੁਸ਼ਾਲੇ ਬਖਸ਼ਿਸ਼ ਕੀਤੇ ਹਨ। ਕਹਾਂ ਕਹੋ ਧਨ ਦੀਨ ਗਨਲੇ ਹਰਖ ਵਿਸਾਲੇ। ਸਤਿਗੁਰੂ ਜੀ ਨੇ ਕਿੰਨਾ ਕੁ ਧਨ ਬਖਸ਼ਿਸ਼ ਕੀਤਾ ਹੈ, ਗਿਣਤੀ ਕੋਈ ਨਹੀਂ।
ਦਸਵੇਂ ਪਾਤਸ਼ਾਹ ਨੇ ਆਪ ਹੀ ਲਿਖਿਆ, ਆਪਣੇ ਬਚਨਾਂ ਨੂੰ ਕਹਿਣ ਲੱਗੇ, ਧਨੰ ਧਾਰ ਬਰਖੇ ਸਭੈ ਸੂਰ ਹਰਖੇ। ਮਹਾਰਾਜ ਨੇ ਮਾਇਆ ਦਾ ਤੇ ਮੀਂਹ ਪਾ ਦਿੱਤਾ। ਜਿਵੇਂ ਮੀਂਹ ਪੈਂਦਾ ਤੇ ਪਾਣੀ ਡਿੱਗਦਾ ਨਾ ਬੱਦਲਾਂ ਵਿੱਚੋਂ, ਕਣੀਆਂ ਡਿੱਗਦੀਆਂ, ਇੱਥੇ ਮਹਾਰਾਜ ਨੇ ਸੂਰਮਿਆਂ ਦੇ ਉੱਪਰੋਂ ਮਾਇਆ ਦਾ ਮੀਂਹ ਪਾ ਦਿੱਤਾ। ਇੰਨੀ ਮਾਇਆ ਵੰਡੀ ਕਿ ਸਾਰੇ ਹੀ ਖੁਸ਼ ਹੋ ਗਏ ਸੂਰਮੇ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ ਨਾ, ਪਠਾਨ ਕਹਿੰਦੇ ਸਨ ਵੀ ਮਹਾਰਾਜ ਦਾ ਅਸੀਂ ਖਜ਼ਾਨਾ ਵੇਖਿਆ ਭਰਿਆ ਹੀ ਪਿਆ ਮਾਇਆ ਨਾਲ ਲਪਾ ਲਪ। ਉਹ ਸਾਰੀ ਮਾਇਆ ਮਹਾਰਾਜ ਨੇ ਇੱਥੇ ਵੰਡ ਦਿੱਤੀ, ਬੇਅੰਤ ਜਿੰਨੀ ਕਿਸੇ ਨੇ ਮੰਗੀ। ਕਿਸੇ ਨੇ 5 ਮੰਗੇ ਤੇ 50 ਮਿਲੇ। ਐਸਾ ਧਨ ਮਹਾਰਾਜ ਨੇ ਵੰਡਿਆ, ਐਸੀ ਮਾਇਆ ਵੰਡੀ, ਭਰ ਦਿੱਤੇ ਘਰ ਉਹਨਾਂ ਸਿੱਖਾਂ ਦੇ ਜਿਹੜੇ ਜੰਗ ਵਿੱਚ ਨਾਲ ਹੋ ਕੇ ਲੜੇ। ਬੱਦਲਾਂ ਵਿੱਚੋਂ ਮੀਂਹ ਪੈਂਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ ਵਿੱਚੋਂ ਮਾਇਆ ਦਾ ਮੀਂਹ ਪੈ ਰਿਹਾ। ਸੂਰਮੇ ਖੁਸ਼ ਹੋ ਗਏ ਐਸਾ ਦਾਨ ਲੈ ਕੇ। ਅਪਰ ਸਰਬ ਜੇ ਸੂਰਮਾ ਰਣ ਰਰੇ ਵਸਾਲਾ। ਜਿਹੜੇ ਹੋਰ ਸੂਰਮੇ ਜੰਗ ਦੇ ਵਿੱਚ ਬੜੇ ਲੜੇ ਸਨ, ਬਖਸ਼ਿਸ਼ ਦੀਨੀ ਸਭਨ ਕੋ ਕਰ ਦਏ ਨਿਹਾਲਾ। ਮਹਾਰਾਜ ਨੇ ਬੇਅੰਤ ਬਖਸ਼ਾਂ ਦੇ ਕੇ ਉਹਨਾਂ ਨੂੰ ਨਿਹਾਲ ਕਰ ਦਿੱਤਾ ਹੈ। ਮਾਨ ਆਦ ਦੇ ਦਾਨ ਬੋਹਰ ਖਾਏ ਸੁਬੀਰੰ। ਸਤਿਗੁਰੂ ਪਾਤਸ਼ਾਹ ਨੇ ਮਾਣ ਵੀ ਦਿੱਤਾ, ਗੁਰਮੁਖੋ ਵਡਿਆਈ ਵੀ ਦਿੱਤੀ ਹੈ ਤੇ ਦਾਨ ਵੀ ਦਿੱਤਾ, ਦੋਨੇ ਕੰਮ ਹੀ ਕੀਤੇ। ਕੱਲਾ ਇਹ ਨਹੀਂ ਵੀ ਮਾਣ ਦੇ ਦਿੱਤਾ ਜਾਓ, ਸਨਮਾਨ ਦੇ ਦਿੱਤਾ ਜਾਓ, ਨਹੀਂ, ਮਾਣ ਸਨਮਾਨ ਵੀ ਦਿੱਤਾ ਔਰ ਧਨ ਵੀ ਮਹਾਰਾਜ ਨੇ ਦੇ ਕੇ ਨਿਹਾਲ ਕੀਤਾ ਹੈ। ਪ੍ਰਥਮ ਲੜਾਈ ਵਿਜੈ ਕਰ ਆਨੰਦ ਗਹੀਰੰ। ਸਤਿਗੁਰਾਂ ਨੇ ਪਹਿਲੀ ਲੜਾਈ ਲੜੀ ਹੈ ਤੇ ਪਹਿਲੀ ਲੜਾਈ ਵਿੱਚ ਮਹਾਰਾਜ ਜੇਤੂ ਹੋ ਕੇ ਆਨੰਦ ਦੇ ਪ੍ਰਾਪਤੀ ਵਾਲੇ ਹਨ। ਉਤੇ ਜੋ ਕਾਤਰ ਲਰਨ ਤੇ ਸੋ ਬਹੁਤ ਤਿਕਾਰੇ। ਜਿਹੜੇ ਕਾਤਰ ਸਨ ਨਾ, ਡਰਪੋਕ, ਲੜ ਨਹੀਂ ਸਨ ਸਕਦੇ ਲੋਕ, ਉਹਨਾਂ ਨੂੰ ਤ੍ਰਿਕਾਰਾਂ ਪਾਉਂਦੇ ਹਨ। ਖੁਸ਼ੀ ਨਗਰ ਕੀ ਤਿਨੋ ਪਰ ਦਲ ਵਹਿਰ ਨਿਕਾਰੇ। ਕਿਉਂਕਿ ਉਹਨਾਂ ਉੱਪਰ ਗੁਰੂ ਦੀ ਖੁਸ਼ੀ ਨਹੀਂ ਹੋਈ ਹੈ, ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਨਹੀਂ ਕਰ ਸਕੇ। ਜੇ ਖੁਸ਼ੀ ਪ੍ਰਾਪਤ ਨਹੀਂ ਹੋਈ ਹੈ ਤਾਂ ਉਹਨਾਂ ਨੂੰ ਦਲ ਦੇ ਵਿੱਚੋਂ ਬਾਹਰ ਕੱਢਿਆ ਹੈ। ਵਿਜੈ ਗੁਰੂ ਕੀ ਦੇਸ਼ ਮੈਂ ਪਸਰੀ ਤਿਸ ਕਾਲਾ। ਇਹ ਗੁਰਮੁਖੋ ਮਹਾਰਾਜ ਦਾ ਜਸ ਜਿਹੜਾ ਨਾ ਸਾਰੇ ਦੇਸ਼ ਵਿੱਚ ਹੀ ਫੈਲ ਗਿਆ, ਸਭ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਜਿੱਤ ਗਏ ਹਨ। ਅਤੇ ਪਹਾੜੀ ਭੱਜ ਗਏ ਕਰ ਤਰਾਸ ਇਹ ਵੀ ਵਿਸਾਲਾ। ਪਤਾ ਲੱਗ ਗਿਆ ਦੁਨੀਆ ਨੂੰ ਵੀ ਪਹਾੜੀਏ ਜਿਹੜੇ ਨੇ ਜੰਗ ਦਾ ਮੈਦਾਨ ਛੱਡ ਕੇ ਭੱਜ ਗਏ, ਦੌੜ ਗਏ, ਡਰ ਗਏ ਹਨ। ਜੈ ਕਹਿ ਤੇ ਸੁਨ ਸੋ ਜਸ ਕੋ ਜਾਚਕ ਚਲੇ ਆਏ। ਜਿੱਥੇ ਕਿੱਥੇ ਪਤਾ ਲੱਗਦਾ ਨਾ ਮਹਾਰਾਜ ਦਾ, ਇਹ ਸਤਿਗੁਰੂ ਜਿੱਤੇ ਨੇ, ਮੰਗਣ ਵਾਲੇ ਮੰਗਤੇ ਦੂਰੋਂ ਦੂਰੋਂ ਚੱਲ ਪਏ। ਮਹਾਰਾਜ ਦੀ ਜੰਗ ਵਿੱਚ ਜਿੱਤ ਹੋਈ ਹੈ। ਮਹਾਰਾਜ ਨੇ ਸੂਰਮਿਆਂ ਨੂੰ ਇੰਨਾ ਧਨ ਵੰਡਿਆ, ਸਾਨੂੰ ਵੀ ਦੇਣਗੇ। ਪਤਾ ਨਹੀਂ ਕਿੱਥੋਂ ਕਿੱਥੋਂ ਦੇ ਮੰਗਤੇ, ਕਿਹੜੇ ਕਿਹੜੇ ਸ਼ਹਿਰਾਂ ਦੇ, ਕਿਹੜੇ ਕਿਹੜੇ ਇਲਾਕਿਆਂ ਦੇਸਾਂ ਦੇ ਚੱਲ ਚੱਲ ਕੇ ਮਹਾਰਾਜ ਦੇ ਕੋਲ ਆਉਂਦੇ ਹਨ। ਡੋਮ ਭਾਟ ਤੇ ਆਦ ਗਨ ਗੁਰ ਕੇ ਗੁਣ ਗਾਏ। ਕਹਿਣ ਲੱਗੇ, ਡੂਮ ਤੋਂ ਭਾਵ ਹੁੰਦਾ ਗੁਰਮੁਖੋ ਮਰਾਸੀ। ਮਰਾਸੀ ਆ ਗਿਆ ਮੰਗਣ ਵਾਸਤੇ, ਤੇ ਭਾਟ ਤੋਂ ਭੱਟ ਆ ਗਿਆ ਮੰਗਣ ਵਾਸਤੇ। ਨਕੀਬ ਉਹ ਵੀ ਮਹਾਰਾਜ ਕੋਲੋਂ ਆ ਕੇ ਮੰਗਦੇ ਹਨ। ਕਿਤਕ ਕਵੀਸ਼ਰ ਆਏਂਗੇ ਰਚ ਰੁਚਰ ਕਵਿਤੰ। ਤੇ ਕੁਝ ਕਵਿਤਾ ਪੜ੍ਹਨ ਵਾਲੇ ਕਵੀਸ਼ਰ ਆ ਗਏ, ਉਹ ਕਵਿਤਾ ਪੜ੍ਹ ਪੜ੍ਹ ਕੇ ਸੁਣਾਉਂਦੇ, ਜਸ ਕਰਦੇ ਤੇ ਦਾਨ ਲੈਂਦੇ ਹਨ। ਬਖਸ਼ੈ ਦਿਨ ਪ੍ਰਤ ਸਤਿਗੁਰੂ ਮਨ ਭਾਵਤ ਬਿਤੰ। ਇਸ ਤਰ੍ਹਾਂ ਬਿਤ ਕਹੀਏ, ਧੰਨ ਮਹਾਰਾਜ ਮਨ ਭਾਉਂਦਾ ਆਪਣਿਆਂ ਸਿੱਖਾਂ ਨੂੰ ਬਖਸ਼ਦੇ ਹਨ। ਭੂਖਨ ਪਾਏ ਸੁਵਰਨ ਕੇ ਹੈ ਅਦਕ ਸਜਾਵੈ। ਸਤਿਗੁਰੂ ਪਾਤਸ਼ਾਹ ਜੀਆਂ ਦੇ ਕੋਲੋਂ ਲੈ ਲੈ ਕੇ ਸੋਨੇ ਦੇ ਗਹਿਣੇ, ਹੀਰੇ ਦੇ ਗਹਿਣੇ, ਇਹ ਮੰਗਤੇ ਵੀ ਸ਼ਾਹੂਕਾਰ ਬਣ ਕੇ ਤੁਰੇ ਜਾਂਦੇ, ਸੋਹਣੇ ਲੱਗਦੇ ਹਨ। ਜਿਸ ਪਰ ਹੋਏ ਪ੍ਰਸੰਨ ਗੁਰ ਤਤਕਾਲ ਦਿਵਾਵੈ। ਮਹਾਰਾਜ ਜਿਹਦੇ ਤੇ ਖੁਸ਼ ਹੋ ਜਾਂਦੇ ਨਾ, ਤਤਕਾਲ ਛੇਤੀ ਨਾਲ ਹੀ ਕਹਿ ਦਿੰਦੇ ਆਪਣੇ ਸਿੱਖਾਂ ਨੂੰ, ਇੰਨਾ ਧਨ ਇਹਨੂੰ ਦੇ ਦਿਓ, ਇੰਨੇ ਗਹਿਣੇ ਇਹਨੂੰ ਦੇ ਦਿਓ, ਇੰਨਾ ਸੋਨਾ ਇਹਨੂੰ ਦੇ ਦਿਓ, ਉਸੇ ਵੇਲੇ ਕਹਿ ਕੇ ਦਵਾ ਦਿੰਦੇ ਹਨ। ਕਰੈ ਚੋਜ ਬਹੁ ਮੌਜ ਕੇ ਸਭ ਰੋਜ ਗੁਸਾਈ। ਸਤਿਗੁਰੂ ਪਾਤਸ਼ਾਹ ਜੀ ਕਈ ਤਰ੍ਹਾਂ ਦੇ ਚੋਜ ਕਰਦੇ, ਕੌਤਕ ਕਰਦੇ, ਰੋਜ਼ ਦੀ ਰੋਜ਼ ਮਹਾਰਾਜ ਨਵੇਂ ਕੌਤਕ ਖੇਡਦੇ ਹਨ। ਚਲੀ ਦਾਨ ਧਾਰਾ ਮਾਂ ਕੋ ਸਕੈ ਗਿਨਾਈ। ਸਤਿਗੁਰੂ ਪਾਤਸ਼ਾਹ ਜੀਆਂ ਨੇ ਤੇ ਦਾਨ ਦੀ ਨਦੀ ਚਲਾ ਦਿੱਤੀ। ਜਿਵੇਂ ਪਾਣੀ ਦੀ ਨਦੀ ਚੱਲਦੀ ਹੈ ਨਾ ਭਰ ਕੇ, ਮਹਾਰਾਜ ਨੇ ਮਾਇਆ ਦੀਆਂ ਨਦੀਆਂ ਹੀ ਵਹਾ ਦਿੱਤੀਆਂ, ਜਿੰਨਾ ਕਿਸੇ ਨੂੰ ਚਾਹੀਦਾ, ਜਿੰਨੀ ਕੋਈ ਮੰਗਦਾ। ਇਸ ਤਰ੍ਹਾਂ ਭਾਵੇਂ ਵੱਡੇ ਤੋਂ ਵੱਡਾ ਵੀ ਰਾਜਾ ਕਿਉਂ ਨਾ ਹੋਵੇ, ਇੰਨਾ ਦਾਨ ਤੇ ਉਹ ਨਹੀਂ ਦਾਨ ਕਰ ਸਕਦਾ ਜਿੰਨਾ ਦਾਨ ਮਹਾਰਾਜ ਦੇ ਦਰਬਾਰ 'ਚੋਂ ਹੁੰਦਾ ਹੈ। ਦੇਸ਼ ਦੇਸ਼ ਤੇ ਸੰਗਤਾਂ ਆਵੈ ਗਨ ਰਾਗੀ। ਦੇਸ਼ ਤੇ ਵਿਦੇਸ਼ ਵਿੱਚੋਂ ਬੇਅੰਤ ਸੰਗਤਾਂ ਆਉਂਦੀਆਂ ਮਹਾਰਾਜ ਦੇ ਪ੍ਰੇਮੀ ਬਣ ਕੇ। ਸ਼ਸਤਰ ਤੁਰੰਗਮ ਅਰਪ ਤੇ ਦਰਸਦ ਵਡ ਕੋਈ ਭਾਗੀ। ਸ਼ਸਤਰ ਭੇਟਾ ਕਰਦਾ, ਕੋਈ ਘੋੜਾ ਤੇ ਕੋਈ ਦਰਸ਼ਨਾਂ ਨੂੰ ਕਰਦਾ ਹੈ। ਪੁਰਵੈ ਮਨ ਕੀ ਕਾਮਨਾ ਜਸ ਗਾਵਤ ਜਾਤੇ। ਮਨ ਦੀਆਂ ਕਾਮਨਾ ਸਤਿਗੁਰਾਂ ਕੋਲੋਂ ਪੂਰੀਆਂ ਕਰਦੇ, ਜਸ ਗਾਉਂਦੇ ਜਾਂਦੇ ਹਨ। ਕਹਿ ਵਧਿਓ ਪ੍ਰਤਾਪ ਤਬ ਸਿੱਖ ਜਨ ਸੁਖ ਰਾਤੇ। ਸਤਿਗੁਰਾਂ ਦੇ ਬਹੁਤਾ ਪ੍ਰਤਾਪ ਵਧਿਆ ਤੇ ਜਿਹੜੇ ਸਿੱਖ ਨੇ ਸੁਖਾਂ ਦੇ ਸਮੇਤ ਹੁੰਦੇ।
ਮਹਾਰਾਜ ਦੇ ਸੁੱਖਾਂ ਦੇ ਵਿੱਚ ਰੱਤੇ ਗਏ ਗੁਰੂ ਕੇ ਸੂਰਮੇ। ਗਾਵੇ ਢਾਡੀ ਵਾਰ ਕੋ ਜਸ ਕੈ ਬਨਾਈ। ਢਾਡੀ ਵੀ ਆ ਕੇ ਢਾਡੀ ਵਾਰਾਂ ਗਾ ਕੇ ਜਸ ਕਰਕੇ ਮਹਾਰਾਜ ਨੂੰ ਸੁਣਾਉਂਦੇ ਹਨ। ਸੁਨਤ ਹੋ ਤੋ ਉਤਸ਼ਾਹ ਔਰ ਭਟ ਬੈਠੇ ਆਈ। ਸੁਣ ਕੇ ਉਤਸ਼ਾਹ ਹੁੰਦਾ, ਖੁਸ਼ੀ ਹੁੰਦੀ ਹੈ। ਸੂਰਮੇ ਬੈਠਦੇ ਦੀਵਾਨ ਵਿੱਚ ਆ ਕੇ ਤੇ ਮਹਾਰਾਜ ਦਾ ਜਸ ਸੁਣਦੇ ਹਨ। ਮਾਰ ਬਕਾਰਾ ਬਹੁ ਕਰੈ ਸਤਿਗੁਰ ਸੁਨਾਵੇ। ਇਸ ਤਰ੍ਹਾਂ ਕਹਿਣ ਲੱਗੇ ਵੀ ਉੱਚੀ ਆਵਾਜ਼ ਦੇ ਵਿੱਚ ਮਹਾਰਾਜ ਜੀ ਦੇ ਸੂਰਮੇ ਜਿਹੜੇ ਨੇ ਜਸ ਸੁਣਾਉਂਦੇ ਨੇ। ਮਾਰ ਬਕਾਰਾ, ਬਕਾਰਾ ਤੋਂ ਭਾਵ ਉੱਚੀ ਆਵਾਜ਼ ਵਿੱਚ ਬੋਲਣਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਲਲਕਾਰਾ ਮਾਰ ਕੇ ਬੋਲਣਾ। ਇਸ ਤਰ੍ਹਾਂ ਬੋਲਦੇ ਨੇ, ਮਹਾਰਾਜ ਜੀਆਂ ਨੂੰ ਸੁਣਾਉਂਦੇ ਨੇ। ਸਤਿਗੁਰਾਂ ਦੀ ਐਸੀ ਵਡਿਆਈ ਜਿਹੜੀ ਹੈ ਉਹ ਗੁਰੂ ਕੇ ਸਿੱਖ ਜਾਂ ਜਿਹੜੇ ਢਾਡੀ ਆਉਂਦੇ ਨੇ ਉੱਚੀ ਆਵਾਜ਼ ਵਿੱਚ ਗਾ ਕੇ ਸੁਣਾਉਂਦੇ ਹਨ। ਲੂਟੈ ਅਬ ਸ੍ਰੀ ਨਗਰ ਕੋ ਸ੍ਰੀ ਮੁਖ ਫਰਮਾਵੇ। ਨਾਲ ਹੀ ਆਖਦੇ ਗੁਰੂ ਕੇ ਸਿੱਖ, ਮਹਾਰਾਜ ਜੇ ਹੁਕਮ ਹੋਵੇ ਤੇ ਆਪਾਂ ਸ਼੍ਰੀਨਗਰ ਚੱਲੀਏ। ਸ਼੍ਰੀਨਗਰ ਦਾ ਰਾਜਾ ਸੀ ਫਤਿਹ ਸ਼ਾਹ, ਜਿਹੜਾ ਮਹਾਰਾਜ ਨਾਲ ਲੜਨ ਵਾਸਤੇ ਆਇਆ ਨਾ ਪੌਂਟਾ ਸਾਹਿਬ ਤੇ ਇੱਥੋਂ ਹਾਰ ਕੇ ਭੱਜਿਆ। ਮਹਾਰਾਜ ਦੀਆਂ ਸਿੱਖਾਂ ਦਾ ਹੌਸਲਾ ਇੰਨਾ ਵੱਧ ਗਿਆ, ਹਿੰਮਤ ਐਸੀ ਵੱਧ ਗਈ, ਮਹਾਰਾਜ ਚੱਲੀਏ ਆਪਾਂ ਵੀ ਸ਼੍ਰੀਨਗਰ। ਜਿੱਥੋਂ ਦਾ ਰਾਜਾ ਆਪਣੇ ਨਾਲ ਲੜਨ ਆਇਆ ਸੀ ਉਹ ਆਪਣੇ ਕਿਲੇ ਵਿੱਚ ਜਾ ਕੇ ਬਹਿ ਗਿਆ, ਆਪਾਂ ਉਹਦੇ ਕਿਲੇ ਵਿੱਚ ਜਾ ਕੇ ਜੰਗ ਕਰੀਏ ਤੇ ਉੱਥੋਂ ਵੀ ਮਾਰ ਕੇ ਉਹਨੂੰ ਭਜਾਈਏ। ਆਪ ਜੀ ਹੁਕਮ ਕਰੋ, ਸ਼੍ਰੀਨਗਰ ਤੇ ਚੜ੍ਹਾਈ ਕਰਨੀ ਕਰੀਏ। ਫਤਿਹ ਸ਼ਾਹ ਕੋ ਪਕੜ ਕੇ ਪ੍ਰਭ ਚਰਨੀ ਪਾਵੇ। ਸਤਿਗੁਰੂ ਜੇ ਤੁਹਾਡਾ ਹੁਕਮ ਹੋਵੇ ਤੇ ਫਤਿਹ ਸ਼ਾਹ ਰਾਜੇ ਨੂੰ ਫੜ ਕੇ ਉਹਦੀਆਂ ਮੁਸ਼ਕਾਂ ਬੰਨ੍ਹ ਕੇ ਤੇ ਤੁਹਾਡੇ ਚਰਨਾਂ ਵਿੱਚ ਲਿਆ ਕੇ ਪੇਸ਼ ਕਰੀਏ। 22 ਧਾਰ ਪਹਾੜ ਕੀ ਜੀਤੈ ਫਿਰ ਆਵੇ। ਮਹਾਰਾਜ ਜੇ ਤੁਹਾਡੀ ਕਿਰਪਾ ਹੋਵੇ ਤੇ 22 ਧਾਰ ਦੇ ਰਾਜੇ ਜਿੱਤ ਕੇ ਤੇ ਲਿਆ ਕੇ ਤੁਹਾਡੇ ਚਰਨਾਂ ਵਿੱਚ ਪਾਈਏ। ਐਸੇ ਗੁਰੂ ਕੇ ਸਿੱਖ ਬਚਨ ਕਰਦੇ ਹਨ। ਸੀਨੇ ਤੁਰਕਨ ਰਾਜ ਕੋ ਨੀਹਨ ਸਭ ਦੇਸ਼ਾ। ਗੁਰੂ ਕੇ ਸਿੱਖ ਆਖਦੇ, ਮਹਾਰਾਜ ਜੇ ਤੁਹਾਡਾ ਹੁਕਮ ਹੋਵੇ ਇਸ ਮੁਗਲ ਰਾਜੇ ਔਰੰਗਜ਼ੇਬ ਦਾ ਰਾਜ ਵੀ ਅਸੀਂ ਖੋਹ ਕੇ ਲਿਆ ਕੇ ਤੁਹਾਡੇ ਚਰਨਾਂ ਤੇ ਭੇਟ ਕਰ ਸਕਦੇ ਹਾਂ। ਜਿਨ ਹੈ ਬੁਰੀਆਂ ਦਾ ਮਲਾ ਪੁਰਿਆ ਪ੍ਰਵਸ਼ੇਸ਼ਾ। ਕਹਿਣ ਲੱਗੇ ਜਿੱਥੇ ਬੜੀਆਂ ਬੜੀਆਂ ਦੌਲਤਾਂ ਪਈਆਂ ਹੋਈਆਂ, ਧਨ ਪਏ ਹੋਏ, ਉਹ ਧਨ ਦੇ ਸਮੇਤ ਦੇਸ਼ ਤੇ ਉਹਨਾਂ ਦੇ ਰਾਜੇ ਲਿਆ ਕੇ ਤੁਹਾਡੇ ਚਰਨਾਂ ਤੇ ਸੁੱਟ ਦੇਣਾ ਕਰੀਏ। ਪੁੰਨ ਲਾਹੌਰ ਕੋ ਲੂਟ ਕਰ ਦਿੱਲੀ ਹਮ ਜਾਵੇ। ਸੋ ਇਹ ਮਹਾਰਾਜ ਦੇ ਸਿੱਖ ਕਹਿੰਦੇ ਪਏ ਵੀ ਕੀ ਕੀ ਕਾਰਜ ਕਰਨੇ ਨੇ। ਇਹ ਗੁਰੂ ਕਾ ਖਾਲਸਾ ਕਿਹੜੀ ਕਿਹੜੀ ਵਡਿਆਈ ਹੋਰ ਮਹਾਰਾਜ ਕੋਲ ਕਹਿੰਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਨੂੰ ਕਿਵੇਂ ਕਿਵੇਂ ਬਖਸ਼ਿਸ਼ਾਂ ਕਰਦੇ, ਉਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਫੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੁਟੀਐ, ਖਿਨ ਖਿਨ ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਾਹਿਬ ਜੀ